श्री वाहिगुरु साहिब जी। कबीर एक घड़ी आदि घड़ी, आदि हूँ ते आद। भगतन सेती गोष्टे, जो कीने सो लाभ। कबीर लूटना है तां लूट लै, राम नाम है लूट। फिर पाछै पछताओगे, प्राण जाहेंगे छूट। फिर पाछै पछताओगे, प्राण जाहेंगे छूट। सो कहो टल गुर सेवियै, अहनिस सहज सुभाए। दर्शन परसे गुरु कै, जन्म मरण दुख जाए। दर्शन परसे गुरु कै, जन्म मरण दुख जाए। सतनाम श्री वाहिगुरु साहिब जी। सो दर केहा सो घर केहा, जित बह सर्ब संभाले। वाजे नाद अनेक असंखा, केते वावण हारे। सो दर केहा सो घर केहा, जित बह सर्ब संभाले। वाजे नाद अनेक असंखा, केते वावण हारे। केते राग परी स्यों कहियन, केते गावण हारे। गावह तोहनो पौन पानी बै संतर, गावै राजा धर्म दुआरे। गावह चित गुप्त लिख जानहि, लिख लिख धर्म विचारे। गावह ईश्वर ब्रह्मा देवी, सोहन सदा सवारे। गावह इंद इदासन बैठे, देवत्या दर नाले। गावह सिद्ध समाधि अंदर, गावन साध विचारे। गावन जति सती संतोखी, गावह वीर करारे। गावन पंडित पढ़न रखीसर, जुग जुग वेदां नाले। गावह मोहनिया मन मोहन, सुरगा मछ पयाले। गावन रतन उपाय तेरे, 68 तीरथ नाले। गावह जोध महाबल सूरा, गावह खानी चारे। गावह खंड मंडल वर भंडा, कर कर रखे तारे। सेई तुदनो गावहे जो तुद भावन, रते तेरे भगत रसाले। होर केते गावन से मैं चित न आवन, नानक क्या विचारे।
सोई सोई सदा साचो साहिब, साचा साची नाई। है भी होसी जाए ना जासी, रचना जिन रचाई। रंगी रंगी भाती कर कर जिनसी, माया जिन उपाई। कर कर वेखै कीता अपना, जिव तिस दी वडियाई। जो तिस भावै सोई करसी, हुक्म न करना जाई। सो पात साहू साहा पात साहिब, नानक रहन रजाई। जो तिस भावै सोई करसी, हुक्म न करना जाई। सो पात साहू साहा पात साहिब, नानक रहन रजाई। वाहिगुरु जी का खालसा, वाहिगुरु जी की फतेह। सच्चे पातशाह ਧੰਨ ਸਾਹਿਬ श्री गुरु ग्रंथ साहिब जी महाराज सतगुरु जी की रहमत सदका ਆਪਾਂ ਗੁਰਬਾਣੀ ਕਥਾ ਸੰਥਿਆ ਦੀ ਕਲਾਸ ਵਿੱਚ ਇਕੱਤਰ ਹੋਏ ਹਾਂ। ਨਵੇਂ ਸਮੇਂ ਦੇ ਹਿਸਾਬ ਨਾਲ ਇੱਥੋਂ ਦੇ ਇੰਡੀਆ ਦੇ 9:15 ਵਜੇ ਸਵੇਰ ਦੇ। ਤੋਂ ਥੋੜ੍ਹੀ ਜਿਹੀ ਅੱਜ ਉਹ ਨੈੱਟ ਦੇ ਵਿੱਚ ਤਕਨੀਕੀ ਥੋੜ੍ਹੀ ਜਿਹੀ ਖਰਾਬੀ ਸੀਗੀ, ਇਸ ਕਰਕੇ 2-4 ਮਿੰਟ ਉੱਤੇ ਲੱਗੇ। ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਆਪਾਂ 26 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਸੰਪੂਰਨ ਕੀਤੀਆਂ ਮਹਾਰਾਜ ਜੀ ਦੀ ਕਿਰਪਾ ਨਾਲ, ਰਹਿਮਤ ਨਾਲ। ਤੇ 27ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਮਹਾਰਾਜ ਜੀ ਨੇ 3 ਸੋਦਰ ਜਿਹੜੇ ਆ ਉਹ ਸਤਿਗੁਰਾਂ ਜੀ ਨੇ ਉਚਾਰਨ ਕੀਤੇ ਆ। ਤੇ ਤਿੰਨੇ ਸੋਦਰ ਜਿਹੜੇ ਆ ਉਹ ਤਿੰਨਾਂ ਵਿੱਚ ਹੀ ਮਹਾਰਾਜ ਜੀ ਨੇ ਜਿਹੜਾ ਨਾ ਲਿਖਤ 'ਚ ਉਚਾਰਨ 'ਚ ਮਹਾਰਾਜ ਜੀ ਨੇ ਭੇਦ ਰੱਖਿਆ ਹੈ ਸੱਚੇ ਪਾਤਸ਼ਾਹ ਜੀ ਨੇ। ਤੇ ਉਹ ਫਿਰ ਕਈ ਮਨ ਦੇ ਅੰਦਰ ਇਉਂ ਖਿਆਲ ਕਰਦੇ ਗੁਰਸਿੱਖ ਕਿ ਫਿਰ 3 ਮਹਾਰਾਜ ਜੀ ਨੇ ਇਹ ਜਿਹੜੇ ਆ ਕਿਉਂ ਉਚਾਰੇ ਹੈ। ਤੇ ਉਹ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਾਂ। ਜਿਹੜਾ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜਿਹੜਾ ਆਪਾਂ ਸੋਦਰ ਹੁਣ ਸੁਣਿਆ ਹੈ, ਇਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਉਚਾਰਨ ਕੀਤਾ ਸੀ ਸੱਚੇ ਪਾਤਸ਼ਾਹ ਨੇ ਸਿੱਧਾਂ ਦੇ ਪੁੱਛਣ ਤੋਂ। ਸਿੱਧਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਉਹ ਪਰਮੇਸ਼ਰ ਦਾ ਦਰ ਕਿਹੋ ਜਿਹਾ, ਕਿਉਂਕਿ ਆਪ ਜੀ ਤਾਂ ਸੱਚਖੰਡ ਜਾ ਕੇ ਆਏ ਆ, ਤਾਂ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਕਿ ਪਰਮੇਸ਼ਰ ਦਾ ਦਰ ਕਿਹੋ ਜਿਹਾ ਹੈ। ਤੇ ਪੁੱਛਣ ਤੇ ਫਿਰ ਮਹਾਰਾਜ ਜੀ ਨੇ ਇਹ ਜਪਜੀ ਸਾਹਿਬ ਜੀ ਦਾ ਜਿਹੜਾ ਨਾ ਜਪ ਸਾਹਿਬ ਦਾ ਸੋਦਰ ਇਹ ਮਹਾਰਾਜ ਜੀ ਨੇ ਉਚਾਰਨ ਕੀਤਾ। ਤੇ ਦੂਸਰਾ ਸੋਦਰ ਜਿਹੜਾ ਉਹ ਸ਼੍ਰੀ ਰਹਿਰਾਸ ਸਾਹਿਬ ਜੀ ਵਾਲਾ ਸੋਦਰ ਹੈ, ਉਹ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸੱਚਖੰਡ ਵਿੱਚ ਉਚਾਰਿਆ ਸੀ, ਜਿਹੜਾ ਸੋਦਰ ਰਹਿਰਾਸ ਸਾਹਿਬ ਜੀ ਦਾ ਸੋਦਰ ਹੈ। ਤੇ ਫਿਰ ਤੀਸਰਾ ਜਿਹੜਾ ਨਾ ਆਸਾ ਰਾਗ ਦੇ ਵਿੱਚ ਇਹ ਸੋਦਰ ਹੈ, ਤੀਜਾ ਸੋਦਰ। ਤੇ ਜਿਸ ਵਕਤ ਮਹਾਰਾਜ ਜੀ ਨੂੰ ਬੇਨਤੀ ਕੀਤੀ, ਬੇਬੇ ਨਾਨਕੀ ਜੀ ਨੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਆਪ ਜੀ ਨੇ ਸੱਚਖੰਡ ਗਏ ਸੀ ਤੇ ਮਹਾਰਾਜ ਸਾਨੂੰ ਵੀ ਦੱਸੋ ਕਿ ਪਰਮੇਸ਼ਰ ਦਾ ਘਰ ਕਿਹੋ ਜਿਹਾ ਹੈ। ਤੇ ਮਹਾਰਾਜ ਨੇ ਫਿਰ ਬੇਬੇ ਜੀ ਦੇ ਪੁੱਛਣ ਤੋਂ ਸਤਿਗੁਰੂ ਜੀ ਨੇ ਇਉਂ ਆਸਾ ਰਾਗ ਦਾ ਜਿਹੜਾ ਨਾ ਸੋਦਰ ਇਹ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਨੇ ਉਚਾਰਨਾ ਕੀਤਾ। ਤੇ ਤਿੰਨਾਂ ਸੋਦਰਾਂ ਵਿੱਚ ਸਤਿਗੁਰੂ ਜੀ ਨੇ ਆਪ ਆਪਣੀ ਮੌਜ ਨਾਲ ਫਰਕ ਰੱਖਿਆ ਗਰੀਬ ਨਵਾਜ ਜੀ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ 3 ਵਾਰੀ ਸੋਦਰ ਜਿਹੜਾ ਉਚਾਰਨ ਕੀਤਾ ਹੈ। ਜਦੋਂ ਜਿਨ੍ਹਾਂ ਨੇ ਬਾਣੀ ਕੰਠ ਕਰਦੇ ਆ ਗੁਰਸਿੱਖ, ਉਹ ਫਿਰ ਰਹਿਰਾਸ ਸਾਹਿਬ ਜੀ ਦਾ ਤੇ ਸ੍ਰੀ ਜਪ ਸਾਹਿਬ ਜੀ ਦਾ ਸੋਦਰ ਜਿਹੜਾ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਅੰਤਰ ਜਿਹੜਾ ਉਹ ਲਿਖ ਕੇ ਜਾਂ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਧਾਰਨ ਕਰ ਲੈਂਦੇ ਆ ਕਿ ਇੱਥੇ ਫਰਕ ਇਹ ਰਹਿਰਾਸ ਸਾਹਿਬ ਜੀ ਦੇ ਸੋਦਰ ਵਾ, ਇਹ ਜਪਜੀ ਸਾਹਿਬ ਜੀ ਦਾ ਸੋਦਰ ਹੈ।
तो इत्थे कई वारी जदों कंठ करन लगदे आ बाणी जबानी याद करन लगदे ते इत्थे आ करके कई वारी ज़्यादा भुलेखा पैंदा ते वो रहरास साहब जी दे सोदर विच चले जांदे आ ते वो ਜਿਹੜੀਆਂ ਹਨ रहरास साहब जी दे सोदर विच ਜਿਹੜੇ पाठ आउंदे आ ਤੇ ਉਹਨਾਂ ਪਾਠਾਂ ਦਾ ਤੇ ਸ੍ਰੀ ਜਪਜੀ ਸਾਹਿਬ ਦੇ ਸੋਦਰ ਦਾ ਇਹ ਨਿਰਣਾ ਕਰਕੇ ਤੇ ਫਿਰ ਜਿਹੜਾ ਹੈ ਜਦੋਂ ਪੜ੍ਹੀਏ ਫਿਰ ਭੁਲੇਖਾ ਨਹੀਂ ਪੈਂਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਸਿੱਧਾਂ ਦੇ ਬੇਨਤੀ ਕਰਨ ਤੋਂ ਸਤਿਗੁਰੂ ਜੀ ਨੇ ਦੱਸਿਆ ਤੇ ਜਦੋਂ ਭਾਵੇਂ ਸਿੱਧਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਬੋਧਨ ਹੋ ਰਹੇ ਸੀਗੇ ਪਰ ਇਹ ਸ੍ਰੀ ਜਪਜੀ ਸਾਹਿਬ ਦੀ ਪੌੜੀ ਮਹਾਰਾਜ ਜੀ ਨੇ ਸਨਮੁਖ ਚਿੱਤ ਹੋ ਕੇ ਫਿਰ ਉਚਾਰਨ ਕੀਤੀ ਹੈ। क्योंकि महाराज सच्चे पातशाह जी ने वाहिगुरु जी दे जदों सतगुरु जी दसन लगे आ परमेश्वर दा दार घर ते उदों फिर महाराज सच्चे पातशाह जी वाहिगुरु जी दे सन्मुख हो करके कहंदे आ सो दार केहा सो घर केहा। सच्चे पातशाह महाराज कहंदे हे सिद्धो उस परमेश्वर दा दर तुहानू केहा किहो जिहा दसीए ते परमेश्वर दा जिहड़ा घर वै वो किहो जिहा दसना करिए। तो पहला आपां पाठां दे निर्णय कर लीए मेरी याद विसर गई ही तो विश्राम ही आपां जिहड़े आ वो अपनी ज्ञात च कर लीए। पौड़ी लंबी है तो मैं मतलब भी जिहड़ा है वो दोबारा सारी मैनूं लगदा पढ़नी पएगी फिर ते पर मैं उदां ख्याल नाल तुहानूं जिहड़ा वो चेते करा दिंदा क्योंकि जिथे आपां गलतियां करदे आ ਤੇ ਉਹ ਜੇ ਸਾਨੂੰ ਚੇਤੇ ਆ ਜੇ ਤੇ ਫਿਰ ਆਪਾਂ ਉਹ ਗਲਤੀ ਜਿਹੜੀ ਆਪਣੀ ਦੁਰਸਤ ਕਰ ਸਕਦੇ ਹਾਂ। ਸੋਦਰ ਜਿਹੜਾ ਉਹ ਆਪਾਂ ਇਕੱਠਾ ਉਚਾਰਨ ਕਰ ਲੈਨੇ ਪਰ ਜਦੋਂ ਬਾਣੀ ਦੇ ਵਿੱਚ ਪੜ੍ਹੀ ਦਾ ਸੋਦਰ ਉਹਦਾ ਸੋ ਦਾਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਕੇਹਾ ਤੇ ਵਿਸ਼ਰਾਮ ਲੱਗਣਾ ਪੂਰਾ। ਸੋ ਦਾਰ ਕੇਹਾ ਜਮਕੀ ਹੈ ਸੋ ਘਰ ਕੇਹਾ ਇੱਥੇ ਵਿਸ਼ਰਾਮ ਹੈ। ਜਿਤ ਬਹਿ ਸਰਬ ਸੰਭਾਲੇ ਹਾਂਜੀ। ਵਾਜੇ ਨਾਦ ਅਨੇਕ ਅਸੰਖਾ ਅਸੰਖਾਂ ਬਿੰਦੀ ਨਹੀਂ ਲਾਉਣੀ ਅਸੰਖਾ ਵਿਸ਼ਰਾਮ। ਕੇਤੇ ਵਾਵਣ ਹਾਰੇ ਹਾਂਜੀ। ਕੇਤੇ ਰਾਗ ਪਰੀਸਿਉ ਕਹੀਅਨ ਵਿਸ਼ਰਾਮ। ਸ਼੍ਰੀ ਰਹਿਰਾਸ ਸਾਹਿਬ ਦੇ ਵਿੱਚ ਕਹੀਏ ਹੈ ਆਉਂਦਾ ਹਾਂਜੀ। ਇਹ ਫਰਕ ਤੁਸੀਂ ਜਿਹੜੇ ਆ ਉਹ ਸਮਝ ਲੈਣੇ। ਕਈ ਵਾਰੀ ਗੁਰਮੁਖੀ ਲਿਖ ਕੇ ਰੱਖ ਲੈਂਦੇ ਆ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ। ਕਹੀਆਂ ਤੇ ਵਿਸ਼ਰਾਮ ਲੱਗਣਾ। ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਵਿਸ਼ਰਾਮ। ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਇੱਥੇ ਵਿਸ਼ਰਾਮ। ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ। ਬ੍ਰਹਮਾ ਦੇਵੀ ਨੇ ਆਪਣੇ ਕੋਲੋਂ ਪੜ੍ਹਨਾ ਬਰਮਾ ਦੇਵੀ ਬਰਮਾ ਪਾਠ ਕਰਨਾ। ਗਾਵਹਿ ਈਸਰ ਬਰਮਾ ਦੇਵੀ ਵਿਸ਼ਰਾਮ। ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦ ਨਹੀਂ ਪੜ੍ਹਨਾ ਇੱਥੇ। ਗਾਵਹਿ ਇੰਦ ਇਦਾਸਣ ਬੈਠੇ ਫਿਰ ਅਗਲੇ ਤੇ ਟਿੱਪੀ ਨਹੀਂ ਲਾਉਣੀ। ਗਾਵਹਿ ਇੰਦ ਇਦਾਸਣ ਬੈਠੇ ਇਹ ਜਪਜੀ ਸਾਹਿਬ ਜੀ ਦੇ ਸੋਦਰ ਦੇ ਅੰਦਰ ਹੈ। ਗਾਵਹਿ ਇੰਦ ਇਦਾਸਣ ਬੈਠੇ ਵਿਸ਼ਰਾਮ। ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ 860 ਤੀਰਥ ਨਾਲੇ 860 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋ ਗਾਵਹਿ ਜੋ ਤੁਧ ਭਾਵਨ ਵਿਸ਼ਰਾਮ। ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਵਿਸ਼ਰਾਮ। ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਨਾਈ ਦਾ ਅਰਥ ਇੱਥੇ ਇਹ ਨਹੀਂ ਕਰਨਾ ਨਾਈ ਨਾਈ ਕਹਿਣਾ। ਨਾਈ ਨਾਈ ਮਤਲਬ ਵੀ ਨਾਮ ਦਾ ਅਰਥ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਇੱਥੇ ਵਿਸ਼ਰਾਮ ਲੱਗਣਾ। ਉੱਦਾਂ ਵਿਸ਼ਰਾਮ ਲਾਉਂਦੇ ਆ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਇੱਦਾਂ ਨਹੀਂ ਵਿਸ਼ਰਾਮ।
ਕਰ ਕਰ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਵਿਸ਼ਰਾਮ ਨਾਨਕ ਰਹਿਣ ਰਜਾਈ। ਹਾਂਜੀ, ਇਹ ਵਿਸ਼ਰਾਮ ਤੇ ਇਹਨਾਂ ਨੂੰ ਜਿੱਦਾਂ ਹੈ ਸੁੱਧ ਵੇਖ ਕੇ ਪੜ੍ਹਨਾ। ਤੇ ਆਪਾਂ ਹੁਣ ਅਰਥਾਂ ਵੱਲ ਧਿਆਨ ਦਈਏ। ਫਿਰ ਸਾਰੇ ਅਰਥ ਪਹਿਲਾਂ ਵਿਸਥਾਰ ਨਾਲ ਕਰਕੇ ਫਿਰ ਮੂਲ ਰੂਪ 'ਚ ਆਪਾਂ ਜਿਹੜੀ ਹੈ ਸਮਾਪਤੀ ਤੇ ਜਿਹੜਾ ਹੈ ਉਹ ਕਰ ਲਾਂਗੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਧਾਂ ਨੂੰ ਗਰੀਬ ਨਵਾਜ ਜੀ ਇਹ ਸਨਮੁਖ ਚਿੱਤ ਹੋ ਗਿਆ ਮਹਾਰਾਜ ਜੀ ਦਾ। ਹੁਣ ਵਾਹਿਗੁਰੂ ਜੀ ਨੂੰ ਸੰਬੋਧਨ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਨਾ ਸਤਿਗੁਰੂ ਜੀ ਪਰਮੇਸ਼ਰ ਦਾ ਦਰ ਦੱਸਣ ਲੱਗੇ ਆ, ਘਰ ਦੱਸਣ ਲੱਗੇ ਆ। ਮਹਾਰਾਜ ਨੇ ਕਿਹਾ ਬਾਣੀ ਦੇ ਅੰਦਰ, ਜਿਤ ਦਰ ਵਸਹਿ ਕਵਨ ਦਰ ਕਹੀਏ। ਜਿਸ ਦਰ ਦੇ ਉੱਤੇ ਉਹ ਆਪ ਵਸਦਾ ਉਹ ਦਰ ਕਿਹੋ ਜਿਹਾ ਕਹੀਏ। ਮਹਾਰਾਜ ਜੀ ਹੁਣ ਦੱਸਦੇ ਆ ਸੱਚੇ ਪਾਤਸ਼ਾਹ। ਸੋ ਦਰ ਕਿਹਾ ਸੋ ਘਰ ਕਿਹਾ। ਇਹ ਸਿੱਧੋ ਉਸ ਪਰਮੇਸ਼ਰ ਦਾ ਜਿਹੜਾ ਦਰ ਹੈ ਨਾ ਉਹ ਤੁਹਾਨੂੰ ਕਿਹੋ ਜਿਹਾ ਕਹੀਏ। ਮਹਾਰਾਜ ਕਹਿੰਦੇ, ਜਿਤ ਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਬਿਸ਼ਨ ਮਹੇਸ਼। ਲੱਖ ਲੱਖ ਰਾਮ ਵਡੀਰੀਆ ਹੈ, ਲੱਖ ਰਾਹੀ ਲੱਖ ਵੇਸ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿੱਥੇ ਲੱਖਾਂ ਹੀ ਰਾਮ ਨੇ, ਲੱਖਾਂ ਹੀ ਮੁਹੰਮਦ ਹਨ, ਲੱਖਾਂ ਹੀ ਬਿਸ਼ਨ, ਲੱਖਾਂ ਹੀ ਵਿਸ਼ਨੂੰ ਜਿਹੜੇ ਆ ਤੇ ਸ਼ਿਵ ਜੀ ਜਿਹੜੇ ਆ ਉਹ ਖੜੇ ਆ ਪਰਮੇਸ਼ਰ ਦੇ ਦਰ ਤੇ। ਮਹਾਰਾਜ ਕਹਿੰਦੇ ਉਹਦਾ ਜਿਹੜਾ ਘਰ ਵਾ ਉਹ ਕਿਹੋ ਜਿਹਾ ਦੱਸਣਾ ਕਰੀਏ। ਜਿਹੜੇ ਘਰ ਪਦ ਦੇ ਨਾ ਗੁਰਬਾਣੀ ਵਿੱਚ ਬਹੁਤ ਸਾਰੇ ਅਰਥ ਆਉਂਦੇ ਆ। ਘਰ ਦਾ ਅਰਥ ਆਪਾਂ ਮਕਾਨ ਵੀ ਆ, ਰਹਿਣ ਦੀ ਥਾਂ। ਜਿਨ੍ਹਾਂ ਘਰਾਂ ਬਾਰੇ ਕਿਹਾ, ਘਰ ਛੱਡਣੇ ਰਹਿ ਨਾ ਕੋਈ। ਘਰ ਦਾ ਅਰਥ ਸਰੂਪ ਵੀ ਹੈ। ਮਹਾਰਾਜ ਜੀ ਨੇ ਕਿਹਾ, ਸੋ ਘਰ ਗੁਰੂ ਨਾਨਕ ਕਉ ਦੀਆ। ਹਾਂਜੀ, ਘਰ ਸਰੀਰ ਨੂੰ ਵੀ ਕਹਿੰਦੇ ਆ। ਘਰ ਸਰੀਰ ਦੇ ਸਥਾਨ ਜਿਹੜਾ ਕੰਗਰੋੜ ਦੇ ਮੂਹਰੇ ਜਿਹੜੀਆਂ ਕੋਠੜੀਆਂ ਉਹਨਾਂ ਨੂੰ ਵੀ ਘਰ ਕਹਿੰਦੇ ਆ। 72 ਘਰ ਇੱਕ ਪੁਰਖ ਸਮਾਇਆ। ਫਿਰ ਘਰ ਦਸਮ ਦੁਆਰ ਨੂੰ ਵੀ ਕਹਿੰਦੇ ਆ। ਘਰ ਮਹਿ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਤੇ ਘਰ ਇਸਤਰੀ ਨੂੰ ਵੀ ਕਹਿੰਦੇ ਆ। ਹਾਂਜੀ, ਤੇ ਘਰ ਸ਼ਾਸਤਰ ਨੂੰ ਵੀ ਕਹਿੰਦੇ ਆ। ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਗਾਇਨ ਦੇ ਟਿਕਾਣੇ ਜੋ ਤਾਲ ਦੇ ਹਿੱਸਿਆਂ ਨਾਲ ਸੰਬੰਧਿਤ ਰੱਖਦੇ ਹਨ। ਜਿਵੇਂ ਮਹਾਰਾਜ ਜੀ ਨੇ ਸਾਰਿਆਂ ਰਾਗਾਂ ਵਿੱਚ ਦੱਸਿਆ, ਜਿਵੇਂ ਸੋਰਠ ਮਹੱਲਾ ਪੰਜਵਾ, ਘਰ ਤੀਜਾ, ਦੋ ਪਦੇ। ਹਾਂਜੀ, ਇਸ ਤਰ੍ਹਾਂ ਉਹ ਵੀ ਘਰ ਜਿਹੜੇ ਉਹ ਕਹੇ ਜਾਂਦੇ ਆ। ਘਰ ਅੰਤఃਕਰਨ ਨੂੰ ਵੀ ਕਹਿੰਦੇ ਆ। ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਨਿਜ ਦਾ ਭਾਵ, ਆਪਣਾ ਭਾਵ ਪ੍ਰਾਪਤ ਕਰਨਾ, ਉਹਨੂੰ ਵੀ ਘਰ ਕਹਿੰਦੇ ਆ। ਘਰ ਕਾ ਕਾਜ ਨਾ ਜਾਣੀ ਰੂੜਾ। ਤੇ ਆਪਣੇ ਮੁਕਤੀ ਦੇ ਸਰੂਪ ਨੂੰ ਵੀ ਘਰ ਕਹਿੰਦੇ ਆ। ਤੇ ਜਿਹੜਾ ਉੱਚੀ ਅਵਸਥਾ ਨੂੰ ਪ੍ਰਾਪਤ ਕਰਨਾ ਉਹਨੂੰ ਵੀ ਘਰ ਕਹਿੰਦੇ ਆ। ਇਸ ਤਰ੍ਹਾਂ ਘਰ ਦੇ ਅਰਥ ਬਹੁਤ ਬੇਅੰਤ ਨੇ। ਪਰ ਇੱਥੇ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੇ ਜਿਹੜਾ ਨਾ ਉਹ ਘਰ ਬਾਰੇ ਮਹਾਰਾਜ ਸਾਹਿਬ ਜੀ ਕਹਿ ਰਹੇ ਆ ਕਿ ਸਿੱਧੋ ਉਹਦਾ ਘਰ ਜਿਹੜਾ ਪਰਮੇਸ਼ਰ ਦਾ, ਸੋ ਦਰ ਕਿਹਾ। ਉਹਦਾ ਦਰ ਜਿਹੜਾ ਦਰਵਾਜ਼ਾ ਹੈ, ਉਸ ਦਾ ਦਰ ਮਹਾਰਾਜ ਕਹਿੰਦੇ ਕਿਹੋ ਜਿਹਾ ਦਸੀਏ। ਫਿਰ ਉਹਦਾ ਜਿਹੜਾ ਘਰ ਵਾ ਉਹ ਮਹਾਰਾਜ ਕਹਿੰਦੇ ਕਿਹੋ ਜਿਹਾ ਕਹਿਣਾ ਕਰੀਏ, ਕਿਉਂਕਿ ਉਹ ਕਹਿਣ ਵਿੱਚ ਨਹੀਂ ਆਉਂਦਾ। ਅਕਥ ਤੇ ਅਚਰਜ ਹੈ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕਰਕੇ ਸਾਰਿਆਂ ਜੀਆਂ ਨੂੰ ਰੋਜੀ ਆਦਿਕ ਦਾਤਾਂ ਦੇ ਕੇ ਸੰਭਾਲਦਾ ਹੈ। ਸੋ ਉਸ ਦਾ ਜਿਹੜਾ ਦਰ ਸੰਸਾਰ ਇਹ ਕਹੀਦਾ ਹੈ। ਸੋ ਉਸ ਦਾ ਇਹ ਦਰ ਸੰਸਾਰ ਸਤਿਗੁਰੂ ਜੀ ਕਹਿੰਦੇ ਕਿਹਾ ਕਹੀਏ। ਉੱਪਰ ਦਰ ਅਸਮਾਨ ਪਾਇਆਲ। ਉੱਪਰ ਜਿਹੜੇ ਅਸਮਾਨ ਆਦਿਕ ਹਨ, ਥੱਲੇ ਜੋ ਪਤਾਲ ਆਦਿਕ ਹਨ, ਇਹਨਾਂ ਦੇ ਦਰ ਦਰਮਿਆਨ ਜੋ ਸਾਰਾ ਸੰਸਾਰ ਹੈ, ਇਉਂ ਹੀ ਉਸ ਦਾ ਦਰਵਾਜ਼ਾ ਹੈ। ਜਿਤ ਬਹਿ ਸਰਬ ਸੰਭਾਲੇ, ਜਿਸ ਵਿੱਚ ਬੈਠ ਕੇ ਸਾਰਿਆਂ ਨੂੰ ਸੰਭਾਲੇ, ਯਾਦ ਕਰਦਾ, ਪ੍ਰਤਪਾਲਨਾ ਕਰਦਾ। ਤੇ ਪਰਲੋਕ ਰੂਪੀ ਉਸ ਦਾ ਘਰ ਹੈ, ਜਿੱਥੇ ਸਾਰੇ ਲੋਕ ਸਰੀਰ ਤਿਆਗ ਕੇ ਸੰਭਾਲ ਕੇ ਬਹਿ ਟਿਕਦੇ ਹਨ। ਜਿਤ ਬਹਿ ਸਰਬ ਸੰਭਾਲੇ। ਤੇ ਮਹਾਰਾਜ ਜੀ ਨੂੰ ਫਿਰ ਬੇਨਤੀ ਕਰਦੇ, ਮਹਾਰਾਜ ਸਾਨੂੰ ਭਿੰਨ ਭਿੰਨ ਕਰਕੇ ਕਹੋ।
ਮਹਾਰਾਜ ਕਹਿੰਦੇ ਸੋ ਦਰ ਕਿਹਾ ਇਸ ਦੋ, ਉਸ ਪਰਮੇਸ਼ਰ ਦਾ ਦਰ ਤੁਹਾਨੂੰ ਹੋਰ ਕਿਹੋ ਜਿਹਾ ਦਸੀਏ। ਸਤ ਸੰਗਤ ਹੀ ਉਸ ਪਰਮੇਸ਼ਰ ਦਾ ਦਰ ਦਰਵਾਜ਼ਾ ਹੈ। ਜਿਹੜਾ ਸਤ ਸੰਗਤ ਨਾਲ ਮਿਲਦਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਸੰਗਤ ਜਿਹੜੀ ਆ ਉਹ ਕਿਸ ਪ੍ਰਕਾਰ ਦੀ ਹੈ? ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਸਾਰੇ ਉਸ ਪਰਮੇਸ਼ਰ ਨੂੰ ਸੰਭਾਲਦੇ ਆ, ਚੇਤੇ ਕਰਦੇ, ਉਹ ਪਰਮੇਸ਼ਰ ਦੀ ਸਾਧ ਸੰਗਤ ਵਾ, ਉਹ ਉਹਦਾ ਘਰ ਵਾ। ਸੋ ਘਰ ਕਿਹਾ, ਉਸ ਦਾ ਘਰ ਕਿਹੋ ਜਿਹਾ ਤੁਹਾਨੂੰ ਦਸੀਏ। ਸੱਚਖੰਡ ਹੀ ਉਸ ਦਾ ਘਰ ਹੈ, ਭਾਵ ਬੈਕੁੰਠ, ਜਿਸ ਵਿੱਚ ਸਾਰੇ ਸੰਭਾਲਣ ਵਾਲੇ ਬਹਿ ਕੇ ਪ੍ਰਾਪਤ ਹੋ ਜਾਂਦੇ ਹਨ, ਅਸਥਿਤ ਹੋ ਜਾਂਦੇ ਹਨ। ਫਿਰ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ, ਮਹਾਰਾਜ ਜੀ ਜਿਹੜਾ ਸਰਗੁਣ ਦਾ ਦਰ ਘਰ ਆ ਉਹ ਦੱਸੋ। ਸੋ ਦਰ ਕਿਹਾ, ਮਹਾਰਾਜ ਕਹਿੰਦੇ ਇਸ ਦੋ ਸਾਰਿਆਂ ਦੇ ਜਿਹੜੇ ਮੁੱਖ ਹਨ ਨਾ, ਸੋ ਉਹ ਪਰਮੇਸ਼ਰ ਦਾ ਸਰਗੁਣ ਸਰੂਪ ਦਾ ਦਰ ਦਰਵਾਜ਼ਾ ਕਹੀਦਾ। ਜਿਤ ਬਹਿ ਸਰਬ ਸੰਭਾਲੇ, ਜਿਸ ਮੁੱਖ ਰੂਪੀ ਦਰ ਵਿੱਚ ਬਹਿ ਕਰਕੇ ਪ੍ਰਾਪਤ ਹੋ ਕੇ ਭਾਵ ਮੁੱਖ ਦੁਆਰਾ ਸਾਰੇ ਉਸ ਨੂੰ ਸੰਭਾਲੇ ਚੇਤੇ ਕਰਦੇ ਹਨ। ਸੋ ਘਰ ਕਿਹਾ, ਸਾਰਿਆਂ ਦੇ ਜਿਹੜੇ ਹਿਰਦੇ ਹਨ ਉਹ ਪਰਮੇਸ਼ਰ ਦਾ ਘਰ ਸਰਗੁਣ ਸਰੂਪ ਦਾ ਹੈ। ਉਹ ਮਹਾਰਾਜ ਕਹਿੰਦੇ ਭਾਈ ਇਹ ਸਾਰਿਆਂ ਦਾ ਹਿਰਦਾ ਰੂਪੀ ਘਰ ਜਿਹੜਾ ਹੈ ਉਹ ਕਿਹੋ ਜਿਹਾ ਦਸੀਏ। ਭਾਵ ਕਿਹਾ ਕਹੀਦਾ ਹੈ, ਜਿਹੜਾ ਹਿਰਦਾ ਨਾ ਜੀਆਂ ਦਾ ਉਹੀ ਪਰਮੇਸ਼ਰ ਦਾ ਘਰ ਕਹੀਦਾ। ਹਿਰਦੇ 'ਚ ਹੀ ਪਰਮੇਸ਼ਰ ਦਾ ਵਾਸ ਹੈ, ਜਿਸ ਵਿੱਚ ਸਾਰੇ ਚਿੱਤ ਨੂੰ ਇਕਾਗਰ ਕਰਕੇ ਸੰਭਾਲਦੇ ਹਨ ਜਿਸ ਪਰਮੇਸ਼ਰ ਨੂੰ। ਇਸ ਦੋ ਇਹੋ ਜਿਹਾ ਉਸ ਦਾ ਦਰ ਤੇ ਘਰ ਹੈ, ਹੋਰ ਕਿਸ ਪ੍ਰਕਾਰ ਦਾ ਕਹਿ ਦਈਏ, ਕਥਨ ਵਿੱਚ ਨਹੀਂ ਆਉਂਦਾ। ਫਿਰ ਮਹਾਰਾਜ ਦੇ ਅੱਗੇ ਬੇਨਤੀ ਕਰਦੇ, ਨਿਰਗੁਣ ਸਰੂਪ ਦਾ ਦਰ ਘਰ ਵੀ ਦੱਸੋ ਮਹਾਰਾਜ। ਹਜ਼ੂਰ ਕਹਿੰਦੇ ਸੋ ਦਰ ਕਿਹਾ, ਉਹ ਅਪਰੋਖ ਗਿਆਨ ਰੂਪੀ ਨਿਰਗੁਣ ਦਾ ਦਰ ਦਰਵਾਜ਼ਾ ਹੈ। ਤੇ ਕੈਸਾ ਅਸਚਰਜ ਹੈ। ਜਿਤ ਬਹਿ ਸਰਬ ਸੰਭਾਲੇ, ਜਿਸ ਵਿੱਚ ਸਰਬ ਸਾਰੇ ਸੰਭਾਲੇ ਸੰਭਾਲਣ ਵਾਲੇ ਚੇਤੇ ਕਰਨ ਵਾਲੇ ਪਰਮੇਸ਼ਰ ਨੂੰ ਬਹਿ ਭਾਵ ਪ੍ਰਾਪਤ ਹੁੰਦੇ ਹਨ। ਸੋ ਘਰ ਕਿਹਾ, ਉਹ ਨਿਰਗੁਣ ਸਰੂਪ ਦਾ ਘਰ ਸਤ ਚੇਤਨ ਆਨੰਦ ਸਰੂਪ ਕਿਹਾ ਕਹੀਦਾ ਹੈ। ਨਿਰਗੁਣ ਸਰੂਪ ਦਾ ਘਰ ਕਿਹੜਾ? ਸਤ ਚਿੱਤ ਤੇ ਆਨੰਦ ਸਰੂਪ। ਕੈਸਾ ਅਸਚਰਜ ਰੂਪ ਉਸ ਦਾ ਘਰ ਹੈ। ਜਿਤ ਬਹਿ ਸਰਬ ਸੰਭਾਲੇ, ਜੋ ਸਰਬ ਨੂੰ ਸੰਭਾਲੇ ਸੰਭਾਲਣ ਵਾਲਾ ਹੈ, ਜਿਸ ਵਿੱਚ ਸਾਰੇ ਪਰਮੇਸ਼ਰ ਨੂੰ ਚੇਤੇ ਕਰਨ ਵਾਲੇ ਪ੍ਰਾਪਤ ਹੁੰਦੇ ਹਨ, ਐਸਾ ਨਿਰਗੁਣ ਸਰੂਪ ਹੈ। ਜਿਵੇਂ ਸਮੁੰਦਰ ਨਦੀਆਂ ਨਾਲਿਆਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਸਰੂਪ ਬਣਾ ਲੈਂਦਾ ਹੈ, ਇਸ ਪ੍ਰਕਾਰ ਪਰਮੇਸ਼ਰ ਜਗਿਆਸੂ ਰੂਪੀ ਨਦੀਆਂ ਤੇ ਜੀਵਾਂ ਰੂਪੀ ਨਾਲਿਆਂ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਸਰੂਪ ਕਰ ਲੈਂਦਾ ਹੈ। ਫਿਰ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਆ, ਪਾਤਸ਼ਾਹਾਂ ਦੇ ਬੂਹਿਆਂ ਦੇ ਅੱਗੇ ਵਾਜੇ ਹੁੰਦੇ ਹਨ ਤੇ ਉਹਨਾਂ ਦੇ ਨਾਦ ਸ਼ਬਦ ਹੁੰਦੇ ਹਨ, ਵਾਜਿਆਂ ਦੇ ਵਜਾਉਣ ਵਾਲੇ ਹੁੰਦੇ ਹਨ। ਇਸ ਪ੍ਰਕਾਰ ਪਰਮੇਸ਼ਰ ਦੇ ਵੀ ਮਹਾਰਾਜ ਕੋਈ ਜਿਹੜੇ ਆ ਉਹ ਵਜੰਤਰੀ ਹਨ, ਵਾਜੇ ਵਜਾਉਣ ਵਾਲੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਵਾਦਤ ਵਾਜੇ ਹਨ ਉਹਨਾਂ ਦੇ ਵਾਦ ਸ਼ਬਦ ਆਵਾਜ਼ਾਂ, ਇਹ ਜੋ ਵਾਦਤ ਵਾਦ ਸਮੱਗਰੀ ਹੈ ਉਚਾਰਦੇ ਹਨ। ਵਾਜੇ ਨਾਦ ਅਨੇਕ ਅਸੰਖਾ, ਅਨੇਕਾਂ ਹੀ ਅਸੰਖੀ ਜਿਹੜੇ ਗਿਣੇ ਨਹੀਂ ਜਾ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸਾਜ਼ ਜਿਹੜੇ ਵੱਜ ਰਹੇ ਆ, ਇਸ ਦੋ ਉਸ ਪਰਮੇਸ਼ਰ ਦੇ ਕੇਵਲ ਤਤ ਤੰਤੀ ਬਿਤ ਚਰਮਕਾ ਘਨ ਕਾਸੀ ਕਾ ਜਾਨ, ਇਹ ਜਿਹੜੇ ਸਾਜ਼ਾਂ ਦੇ ਜਿਹੜੇ ਆ ਉਹ ਧੁਨਾਂ ਨਿਕਲਦੀਆਂ। ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਰਖ ਪਹਿਚਾਨ। ਕੇਵਲ ਇਹ ਵਾਜੇ ਹੀ ਨਹੀਂ, ਅਨੇਕਾਂ ਹੀ ਹਨ। ਉਹਨਾਂ ਦੇ ਨਾਦ ਸ਼ਬਦ ਵੀ ਅਸੰਖ ਅਣਗਿਣਤੀ ਵੱਖਰੋ ਵੱਖਰੇ ਹਨ। ਕਿਉਂਕਿ ਜਦੋਂ ਜਿਹੜੇ ਨਾਦ ਹੁੰਦੇ ਆ ਨਾ ਉਹ ਪ੍ਰਗਟ ਹੁੰਦੇ ਆ ਵਿੱਚੋਂ, ਤੇ ਜਿਵੇਂ ਤਬਲੇ ਦਾ, ਵਾਜੇ ਦਾ, ਦਿਲਰੁਬਾ ਦਾ ਤੇ ਰਬਾਬ ਦਾ, ਸਰੰਗੀ ਦਾ, ਇਹ ਉਹ ਨਾਦ ਨਿਕਲਦੇ ਆ। ਮਹਾਰਾਜ ਕਹਿੰਦੇ ਭਾਈ ਵਾਜੇ ਨਾਦ ਅਨੇਕ ਅਸੰਖਾ, ਅਸੰਖਾਂ ਹੀ ਗਿਣੇ ਨਹੀਂ ਜਾ ਸਕਦੇ ਐਸੇ ਜਿਹੜੇ ਉਹ ਨਾਦ ਪ੍ਰਗਟ ਹੋ ਰਹੇ ਆ। ਕੇਤੇ ਵਾਵਣ ਹਾਰੇ, ਕਿਤਨੇ ਹੀ ਉਹਨਾਂ ਦੇ ਵਜਾਉਣ ਵਾਲੇ ਨਾਰਦ, ਕਿੰਨਰ, ਤੂੰਬਰ, ਹਾ ਹੂ ਹੂ, ਗੰਧਰਵ ਆਦਿਕ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜੇ ਆ ਪਰਮੇਸ਼ਰ ਦੇ ਦਰ ਦੇ ਅੱਗੇ ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕਿੰਨੇ ਕੁ ਨਾਦ ਪੂਰੇ ਜਾ ਰਹੇ ਆ ਤੇ
ਕਿੰਨੇ ਕੁ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵਜੰਤਰੀ ਜਿਹੜੇ ਬਣ ਕੇ ਵਜਾਉਣ ਵਾਲੇ ਆ। ਇਸ ਪ੍ਰਕਾਰ ਜਿਹੜੇ ਚੌਂ ਖਾਣੀਆਂ ਦੇ ਸਾਰੇ ਜਿੰਨੇ ਜੀਵ ਹਨ, ਜੰਤ ਹਨ, ਇਹ ਉਸਦੇ ਬਣਾਏ ਹੋਏ ਅਨੇਕਾਂ ਵਾਜੇ ਹੀ ਆ। ਮਹਾਰਾਜ ਜੀ ਨੇ ਕਿਹਾ ਨਾ, ਨਾਨਕ ਜੰਤ ਵਜਾਏ ਵਾਜਹਿ, ਜਿਤ ਭਾਵੈ ਤਿਤ ਰਾਹ ਚਲਈਆ। ਨਾਨਕ ਵੱਜਦਾ, ਜੰਤ ਵਜਾਇਆ, ਇਹ ਸਰੀਰਾਂ ਰੂਪੀ ਵਾਜੇ ਆ। ਆਪੋ ਆਪਣੀ ਬੋਲੀ ਅਨੁਸਾਰ ਉੱਤਮ ਦਾ ਸਤੋਗੁਣੀ, ਮੱਧਮ ਦਾ ਰਜੋਗੁਣੀ, ਕਨਿਸ਼ਟ ਦਾ ਤਮੋਗੁਣੀ ਨਾਦ ਹਨ। ਵੱਖੋ ਵੱਖ ਅਣਗਿਣਤ ਸ਼ਬਦ ਨਿਕਲ ਰਹੇ ਆ। ਕੋਈ ਮਿੱਠੇ ਬੋਲ ਦਾ ਨਾਦ ਬੋਲ ਰਿਹਾ ਹੈ, ਸਰੀਰ ਰੂਪੀ ਵਾਜਾ, ਤੇ ਕੋਈ ਕੌੜੇ ਬੋਲ ਦਾ ਨਾਦ ਬੋਲ ਰਿਹਾ ਹੈ। ਸਭੋ ਨਰਾਰੀ ਭਾਖੇ, ਕੋਈ ਕੌੜਾ ਤੇ ਕੋਈ ਮਿੱਠਾ ਬੋਲਦਾ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਹਾਂਜੀ, ਕਈ ਵਿਸ਼ਨਾਮੇ ਜੀਵ ਜਾਗਰਤ ਅਵਸਥਾ ਦੇ, ਕਈ ਤੈਜਸਨਾਮੇ ਜੀਵ ਸੁਪਨ ਅਵਸਥਾ ਦੇ। ਇਹ ਵਿਦਾਂਤ ਹੈ। ਵੱਖ ਵੱਖ ਬੋਲਣ ਵਾਲੇ ਹਨ। ਇਉਂ ਕੋਈ ਪ੍ਰਾਗ ਅਵਸਥਾ, ਕੋਈ ਸੁਖੋਪਤ ਅਵਸਥਾ। ਇਸ ਪ੍ਰਕਾਰ ਪਰਮੇਸ਼ਰ ਦੇ ਜੀਵਾਂ ਰੂਪੀ ਅਨੇਕਾਂ ਹੀ ਵਾਜੇ ਹਨ, ਅਣਗਿਣਤੀ ਹਨ। ਉਹਨਾਂ ਦੇ ਰਾਜਸੀ, ਤਾਮਸੀ ਤੇ ਸਾਂਤਕੀ ਜਿਹੜੇ ਨਾਦ ਸ਼ਬਦ ਹਨ, ਜਿਵੇਂ ਉਪਰੋਕਤ ਬਾਹਰ ਵਾਜੇ ਵਜਾਉਣ ਵਾਲੇ ਹਨ, ਤਿਵੇਂ ਹੀ ਈਸ਼ਵਰ ਦੀ ਸਮਸ਼ਟੀ ਉਪਾਧੀ ਲੈ ਕੇ ਜਿਹੜੇ ਹੈ ਇਹ ਈਸ਼ ਦਾ ਜਿਹੜਾ ਹੈ ਉਹ ਜਿਹੜੇ ਗੁਣ ਦੱਸਿਆ, ਹਿਰਨ ਗਰਭ, ਅਭਿਆਕ੍ਰਿਤ, ਵਿਰਾਟ ਆਦਿਕ, ਕਿਤਨੇ ਹੀ ਜੀਵਾਂ ਰੂਪੀ ਵਾਜਿਆਂ ਨੂੰ ਵਜਾਉਣ ਵਾਲੇ ਆ। ਹਾਂਜੀ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਫਿਰ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ, ਬਾਦਸ਼ਾਹ ਦੇ ਘਰ ਤਾਂ ਰਾਗ ਵੀ ਗਾਏ ਜਾਂਦੇ ਹਨ। ਮਹਾਰਾਜ ਕਹਿੰਦੇ ਕੇਤੇ ਰਾਗ ਪਰਿਸਿਉ ਕਹੀਅਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਧੋ ਪਰਮੇਸ਼ਰ ਦੇ ਘਰ ਕਿਤਨੇ ਹੀ ਰਾਗ ਹਨ, ਕਿਤਨੀਆਂ ਹੀ ਰਾਗਾਂ ਦੀਆਂ ਪਰੀਆਂ ਰਾਗਣੀਆਂ ਹਨ, ਅਤੇ ਕਿਤਨੇ ਹੀ ਉਹਨਾਂ ਦੇ ਸਿਉ ਪੁੱਤਰ ਕਹੀਦੇ ਹਨ। ਜਿਵੇਂ ਮਹਾਰਾਜ ਜੀ ਨੇ ਰਾਗ ਮਾਲਾ ਵਿੱਚ 6 ਰਾਗ ਕਥਨ ਕੀਤੇ ਹਨ, ਅਤੇ ਉਹਨਾਂ ਦੀਆਂ ਪਰੀਆਂ 5-5 ਰਾਗਣੀਆਂ ਤੇ 8-8 ਪੁੱਤਰ ਮਹਾਰਾਜ ਜੀ ਨੇ ਕਹੇ ਆ ਰਾਗ ਮਾਲਾ ਵਿੱਚ। ਇਉਂ 48 ਕਹੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਰਾਗ ਮਾਲਾ ਪੜ੍ਹ ਕੇ ਭੋਗ ਪਾਉਣ ਵਾਲਾ 84 ਵਿੱਚ ਨਹੀਂ ਆਉਂਦਾ, ਇਸ ਕਰਕੇ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਮਹਾਰਾਜ ਜੀ ਨੇ ਬਚਨ ਕਹੇ ਆ ਕਿ ਰਾਗ ਮਾਲਾ ਦਾ ਮਹਾਤਮ ਦੱਸਿਆ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਪ ਹੈ ਆਠੋ ਨੰਦਨ। ਮਹਾਰਾਜ ਕਹਿੰਦੇ ਕੇਤੇ ਰਾਗ ਪਰਿਸਿਉ ਕਹੀਅਨ, ਕਿੰਨੇ ਹੀ ਰਾਗ ਵਾ, ਕਿੰਨੀਆਂ ਉਹਨਾਂ ਦੀਆਂ ਪਰੀ ਇਸਤਰੀਆਂ ਹਨ, ਤੇ ਸਿਉ ਨਾਲ ਭਾਵ ਅਥਵਾ ਉਹਨਾਂ ਦੇ ਪੁੱਤਰ ਕਹੀਅਨ ਕਹੀਦੇ ਹਨ। ਤੇ ਇਹ ਕਹਿੰਦੇ ਹਨ ਪਰਮੇਸ਼ਰ ਦੇ ਜਸ ਦੇ ਤਾਈਂ। ਕੇਤੇ ਗਾਵਣ ਹਾਰੇ, ਦੇਵਤਿਆਂ ਦੇ ਜਿਹੜੇ ਰਾਗੀ ਹੈ, ਗੰਧਰਵ, ਇਹ ਨਾਰਦ ਆਦਿਕ, ਤੁੰਬਰ ਆਦਿਕ, ਇਹ ਕਿਤਨੇ ਹੀ ਸਨਕਾਦਿਕ ਆਦਿਕ, ਇਹ ਗਾਉਣ ਵਾਲੇ ਹਨ। ਜਿਹੜਾ ਹੈ ਇਹ ਕਹਿੰਦੇ ਆ ਵੀ ਇੱਕ ਵਾਰੀ ਜਦੋਂ ਨਾਰਦ ਨੇ ਰਾਗ ਲਾਪਿਆ ਤਾਂ ਵਿਸ਼ਨੂੰ ਭਗਵਾਨ ਸੁਣ ਕੇ ਨਾ ਰਾਗ ਤੇ ਦਰਵ ਗਏ, ਜਲ ਬਣ ਗਏ। ਉਸ ਵੇਲੇ ਬ੍ਰਹਮਾ ਜੀ ਨੇ ਕਹਿੰਦੇ ਕਰਮੰਡਲ 'ਚ ਗ੍ਰਹਿਣ ਕਰ ਲਿਆ ਸੀ। ਕਈ ਕਹਿੰਦੇ ਉਸ ਜਲ ਤੋਂ ਗੰਗਾ ਪ੍ਰਗਟ ਹੋਈ ਹੈ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਰਾਣਿਕ ਕਥਾਵਾਂ 'ਚ ਉਹਨਾਂ ਦੇ ਜ਼ਿਕਰ ਆਉਂਦਾ ਹੈ। ਕੇਤੇ ਰਾਗ ਪਰਿਸਿਉ ਕਹੀਅਨ, ਕਿਤਨੇ ਹੀ ਰਾਗ ਪ੍ਰੇਮ ਹਨ, ਕਿਤਨੇ ਹੀ ਪਰੀਆਂ ਰਾਗਣੀਆਂ ਦੀ ਨਿਆਈ, ਕਰੁਣਾ, ਮੁਦਤਾ, ਮੈਤਰੀ ਆਦਿਕ ਕਿਤਨੇ ਹੀ ਜਿਹੜੇ ਆ ਇਹ ਸਤ, ਸੰਤੋਖ, ਦਇਆ, ਧਰਮ ਵਿੱਚ ਆਦਿਕ ਜਿਹੜੇ ਗੁਣ ਹਨ ਉਹ ਕਹੀਦੇ ਹਨ। ਕੇਤੇ ਗਾਵਣ ਹਾਰੇ, ਕਿਤਨੇ ਹੀ ਬ੍ਰਹਮਾ ਜਿਹੜੇ ਆ ਉਹ ਦੇਵੀ ਦੇਵਤੇ ਗਾਉਣ ਵਾਲੇ ਆ। ਫਿਰ ਕਿਤਨੇ ਹੀ ਬ੍ਰਹਮ ਬੇਤੇ ਭਗਤ ਜਨ ਜਿਹੜੇ ਆ ਉਹ ਮੁਕਤੀਆਂ ਦੇ ਦਰ ਨੂੰ ਪਾਉਣ ਵਾਲੇ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ। ਕਿਤਨੇ ਹੀ ਧਨੀ ਜੀਵ ਤੇ ਪੁਨੀ ਜੀਵ ਗਾਉਣ ਵਾਲੇ ਆ। ਵਿਸ਼ਿਸ਼ਟ ਪੁਰਾਣ ਵਿੱਚ ਲਿਖਿਆ ਕਿ ਜਿਹੜੇ ਧਨੀ ਹਨ ਉਹ ਧੁਨੀ ਵਿੱਚ ਚਿੱਤ ਜੋੜ ਕੇ ਸਿਮਰਨ ਕਰਦੇ ਹਨ, ਤੇ ਪੁੰਨੀ ਜਿਹੜੇ ਉਹ ਰੋਮ ਰੋਮ ਵਿੱਚ ਸਿਮਰਨ ਕਰਦੇ ਹਨ। ਤੇ ਜਿਹੜੇ ਇਸ ਪ੍ਰਕਾਰ ਪਰਮੇਸ਼ਰ ਨੂੰ ਗਾਉਣ ਵਾਲੇ ਆ, ਉਹਨਾਂ ਦਾ ਵੀ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾਂਦਾ। ਮਹਾਰਾਜ ਕਹਿੰਦੇ ਕੇਤੇ ਰਾਗ ਪਰਿਸਿਉ ਕਹੀਅਨ, ਕੇਤੇ ਗਾਵਣ ਹਾਰੇ, ਕਿੰਨੇ ਕੁ ਗਾਉਣ ਵਾਲੇ ਆ, ਉਹਨਾਂ ਦਾ ਅੰਤ ਨਹੀਂ ਪਾਇਆ ਜਾਂਦਾ। ਕੀ ਦੱਸਣਾ ਕਰੀਏ ਸਿੱਧੋ, ਇਹ ਤਾਂ ਬੇਅੰਤ ਰਚਨਾ ਹੈ। ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ। ਫਿਰ ਮਹਾਰਾਜ ਜੀ ਇਹ ਸਨਮੁਖ ਬਿਰਤੀ ਕਰਕੇ ਸਤਿਗੁਰੂ ਜੀ ਕਹਿੰਦੇ ਆ ਤੁਹਨੋ ਸ਼ਬਦ, ਕਿਉਂਕਿ ਪਰਮੇਸ਼ਰ ਨੂੰ ਸੰਬੋਧਨ ਹੋ ਰਹੇ ਨਾ ਮਹਾਰਾਜ,
ਇਹ ਪਰਮੇਸ਼ਰ ਤੈਨੂੰ ਪੌਣ, ਪਾਣੀ, ਬੈਸੰਤਰ, ਅਗਨੀ ਆਦਿਕ ਸਭ ਇਹ ਜਿਹੜੇ ਆ ਗਾ ਰਹੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਸਾਰੇ ਹੀ ਜਿਹੜੇ ਆ ਨਾ ਪਰਮੇਸ਼ਰ ਨੂੰ ਇਹ ਗਾਉਂਦੇ ਆ। ਪੌਣ ਹਵਾ ਵਗਦੀ ਜਿਹੜੀ ਹੈ ਉਹ ਗਾ ਰਹੀ ਹੈ, ਜਿਹੜਾ ਪਾਣੀ ਹੈ ਇਹ ਪਰਮੇਸ਼ਰ ਦੇ ਜਸ ਨੂੰ ਗਾ ਰਿਹਾ ਹੈ, ਤੇ ਬਸੰਤਰ ਜਿਹੜੀ ਅਗਨੀ ਹੈ ਇਹ ਵੀ ਪਰਮੇਸ਼ਰ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਸ ਨੂੰ ਗਾ ਰਹੀ ਹੈ। ਇਸ ਪ੍ਰਕਾਰ ਜਿਹੜੇ ਪੌਣ ਆਹਾਰੀ 10ਵੇਂ ਦੁਆਰ ਵਿੱਚ ਪੌਣ ਚੜਾਉਣ ਵਾਲੇ ਆ ਉਹ ਵੀ ਪਰਮੇਸ਼ਰ ਨੂੰ ਗਾਉਂਦੇ ਆ। ਪਾਣੀ ਦੀ ਜਲ ਧਾਰਾ ਕਰਨ ਵਾਲੇ, ਤਪੱਸਿਆ ਕਰਨ ਵਾਲੇ, ਕਿ ਪਾਣੀ ਵਿੱਚ ਗਲ ਗਲ ਕੁਝ ਖਲੋ ਕੇ ਪਰਮੇਸ਼ਰ ਨੂੰ ਚੇਤੇ ਕਰਦੇ ਆ। ਬਸੰਤਰ ਕੋਈ ਅੱਗ ਦੀਆਂ ਧੂਣੀਆਂ ਤਾ ਕੇ ਜਿਹੜਾ ਹੈ ਅੱਗ ਦੇ ਸੇਕ ਵਿੱਚ ਤਪੱਸਿਆ ਕਰਦੇ ਆ। ਪੌਣ ਦੀ ਨਿਆਈ ਰਜੋਗੁਣੀ ਹੈ, ਬ੍ਰਹਮਾ ਹੈ। ਪਾਣੀ ਸਤੋਗੁਣੀ ਵਿਸ਼ਨੂੰ ਹੈ, ਤੇ ਬਸੰਤਰ ਤਮੋਗੁਣੀ ਸ਼ਿਵ ਜੀ ਹੈ। ਇਹ ਵੀ ਤਿੰਨੇ ਦੇਵਤੇ ਗਾਉਂਦੇ ਆ। ਪੌਣ ਸਾਰਿਆਂ ਦੇ ਸਵਾਸ ਜਿਹੜੇ ਆ ਬਣ ਕੇ ਉਸ ਨੂੰ ਗਾਉਂਦੀ ਹੈ। ਪਾਣੀ ਸਾਰੇ ਸਰੀਰਾਂ ਦੇ ਘੜਨ ਵਾਲਾ ਹੈ, ਇਸ ਪਾਣੀ ਤੇ ਜਿਨ ਤੂੰ ਘਰਿਆ। ਬਸੰਤਰ ਸਾਰਿਆਂ ਦਾ ਅੰਨ ਆਦਮ ਹਜਮ ਕਰਨ ਵਾਲੀ ਜਿਹੜੀ ਆ ਇਹ ਅੰਦਰ ਜਠਰਾਗਨੀ ਰੂਪ ਬਣ ਕੇ ਗਾ ਰਹੀ ਹੈ। ਇਸ ਪ੍ਰਕਾਰ ਪਰਮੇਸ਼ਰ ਨੂੰ ਸਾਰੇ ਹੀ ਤੱਤ ਗਾ ਰਹੇ ਹਨ। ਪੌਣ ਪਾਣੀ ਬਸੰਤਰ ਸਿਮਰਹਿ ਸਿਮਰਹਿ ਸਗਲ ਉਪਾਰਜਨ। ਜੋ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਆ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਦੀ ਨਿਆਈ ਜਿਹੜੇ ਨਿਰਲੇਪ ਰਹਿਣ ਵਾਲੇ ਸੰਤ ਮਹਾਤਮਾ, ਪਾਣੀ ਦੀ ਨਿਆਈ ਜਿਹੜੇ ਸ਼ਾਂਤ ਚਿੱਤ ਰਹਿਣ ਵਾਲੇ ਆ, ਅਗਨੀ ਦੀ ਨਿਆਈ ਜਿਹੜੇ ਪ੍ਰਕਾਸ਼ਵਾਨ ਹਨ, ਤਤ ਬੇਤੇ ਹਨ, ਗਿਆਨ ਦਾ ਪ੍ਰਕਾਸ਼ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਸਾਰੇ ਵਾਹਿਗੁਰੂ ਜੀ ਨੂੰ ਗਾਉਂਦੇ ਆ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਇਸ ਤਰ੍ਹਾਂ ਪਰਮੇਸ਼ਰ ਨੂੰ ਗਾਉਂਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜੀ ਹੈ ਪਾਣੀ, ਅੱਗ ਤੇ ਹਵਾ ਇਹ ਵੀ ਪਰਮੇਸ਼ਰ ਦੇ ਜਸ ਨੂੰ ਗਾ ਰਹੇ ਆ। ਗਾਵੈ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜਾ ਹੈ ਇਹ ਵੀ ਪਰਮੇਸ਼ਰ ਦੇ ਅਦਾਲਤੀ ਬਣਿਆ ਹੋਇਆ, ਧਰਮ ਦਾ ਨਿਆਂ ਕਰਨ ਵਾਲਾ ਪਰਮੇਸ਼ਰ ਦੇ ਦਰਵਾਜ਼ੇ ਤੇ ਗਾ ਰਿਹਾ ਹੈ ਕਿ ਮੇਰੇ ਕੋਲੋਂ ਕਿਤੇ ਕੋ ਨਿਆਂ ਨਾ ਹੋ ਜੇ। ਭਾਵ ਜਿਹੜਾ ਕਿਸੇ ਨੂੰ ਗਲਤ ਸਜ਼ਾ ਨਾ ਦਿੱਤੀ ਜਾਵੇ। ਧਰਮੀ ਰਾਜੇ ਹੋਏ ਆ ਰੁਕਮਾਂਗਦ ਕਰਤੂਤ ਰਾਮ ਜੰਪਹੁ ਨਿਤ ਭਾਈ। ਇਹ ਸਵਈਆਂ ਵਿੱਚ ਆਉਂਦਾ ਕਿ ਰੁਕਮਾਂਗਦ ਰਾਜਾ ਜਿਹੋ ਜਿਹੀ ਉਹਦੀ ਕਰਤੂਤ ਸੀ ਉਸ ਤਰ੍ਹਾਂ ਭਾਈ ਨਾਮ ਜਪੋਈ ਦਾ ਵਿਕਾਰਾਂ ਤੋਂ ਮੁਕਤ ਹੋ ਗਿਆ ਸੀ। ਉਹਦਾ ਚਿੱਤ ਵਿਸ਼ਈ ਨਹੀਂ ਸੀ, ਅਪਛਰਾ ਵੀ ਉਹਨੂੰ ਮੋਹਿਤ ਨਹੀਂ ਸੀ ਕਰ ਸਕੀ, ਏਡਾ ਜਤੀ ਰਾਜਾ ਸੀ। ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਧਰਮ ਨੂੰ ਕਮਾਉਣ ਵਾਲੇ ਰਾਜੇ ਆ ਉਹ ਵੀ ਪਰਮੇਸ਼ਰ ਦੇ ਦਰ ਤੇ ਬੈਠੇ ਗਾਉਂਦੇ ਆ। ਧਰਮ ਰਾਜਾ ਵੀ ਵਾਹਿਗੁਰੂ ਜੀ ਦੇ ਦਰ ਤੇ ਬੈਠਾ ਗਾਉਂਦਾ ਹੈ। ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਉਸ ਨੂੰ ਚਿੱਤਰ ਗੁਪਤ ਵੀ ਗਾਉਂਦੇ ਹਨ। ਚਿੱਤਰ ਕੌਣ ਹੈ? ਜਿਹੜਾ ਚਿੱਤ ਦੀਆਂ ਗੁਪਤ ਗੱਲਾਂ ਨੂੰ ਵਾਪ ਗੁਪਤ ਕੰਮਾਂ ਨੂੰ ਲਿਖ ਕਰਕੇ ਜਾਣਦਾ। ਗੁਪਤ ਹੀ ਚਿੱਤਰਕਾਰੀ ਜਿਹੜੀ ਉਹ ਕਰੀ ਜਾਂਦੇ ਆ। ਹਿੰਦੂ ਪੁਸਤਕਾਂ ਵਿੱਚ ਚਿੱਤਰ ਤੇ ਗੁਪਤ ਦੇ ਦੋ ਦੇਵਤੇ ਲਿਖਾਰੀ ਮੰਨੇ ਆ। ਚਿੱਤਰ ਗੁਪਤ ਲੇਖੀਆ ਬਾਣੀ ਵਿੱਚ ਵੀ ਮਹਾਰਾਜ ਜ਼ਿਕਰ ਕਰਦੇ, ਜੀਵਾਂ ਦੇ ਸੱਜੇ ਤੇ ਖੱਬੇ ਮੋਢੇ ਤੇ ਬੈਠ ਕੇ ਜੀਵਾਂ ਦੀਆਂ ਗੁਪਤ ਗੱਲਾਂ ਨੂੰ ਲਿਖਣ ਰੂਪੀ ਚਿੱਤਰਕਾਰੀ ਕਰਦੇ ਹਨ। ਇੱਕ ਰਾਤ ਵਿੱਚ, ਇੱਕ ਦਿਨ ਵਿੱਚ ਲਿਖਦਾ ਹੈ। ਇੱਕ ਰਾਤ ਦੇ ਸਮੇਂ ਲਿਖਦਾ, ਇੱਕ ਰਾਤ ਦਿਨ ਦੇ ਸਮੇਂ ਲਿਖਦਾ ਹੈ। ਜਿਵੇਂ ਸਰਕਾਰ ਦੇ ਡਾਇਰੀ ਬਾਜ਼ ਜਿਹੜੀ ਸਾਰੀ ਡਾਇਰੀ ਦਿੰਦੇ ਹਨ, ਇਉਂ ਜੀਆਂ ਦੇ ਗੁਪਤ ਕੰਮਾਂ ਦੇ ਜਿਹੜੇ ਸੰਸਕਾਰ ਲਿਖ ਕਰਕੇ ਜਾਣਦੇ ਹਨ ਕਿ ਇਤਨੇ ਪੁੰਨ ਕੀਤੇ ਆ, ਇਤਨੇ ਪਾਪ ਕੀਤੇ ਆ, ਸੋ ਵੀ ਪਰਮੇਸ਼ਰ ਨੂੰ ਗਾਉਂਦੇ ਹਨ। ਇਹ ਜੋ ਚਿੱਤਰ ਗੁਪਤ ਹੈ ਨਾ, ਭਾਵ ਇਉਂ ਵੀ ਵਿਦਵਾਨ ਕਹਿੰਦੇ ਜਿਹੜਾ ਅੰਦਰਲਾ ਜਿਹੜਾ ਹੈ ਚਿੱਤਰ ਉਹ ਜਿਹੜਾ ਗੁਪਤ ਹੈ, ਜਿਹਨੂੰ ਪਤਨੀ ਨੂੰ ਨਹੀਂ ਪਤਾ ਪਤੀ ਦੇ ਮਨ 'ਚ ਕੀ ਹੈ, ਤੇ ਪਤੀ ਨੂੰ ਨਹੀਂ ਪਤਾ ਪਤਨੀ ਦੇ ਮਨ 'ਚ ਕੀ ਹੈ, ਪੁੱਤਰ ਨੂੰ ਨਹੀਂ ਪਤਾ ਮਾਤਾ ਦੇ ਮਨ 'ਚ ਕੀ ਹੈ, ਮਾਤਾ ਨੂੰ ਨਹੀਂ ਪਤਾ ਪੁੱਤਰ ਦੇ ਮਨ 'ਚ ਕੀ ਹੈ। ਉਹ ਚਿੱਤਰ ਗੁਪਤ ਨਾਲ, ਭਾਵ ਗੁਪਤ ਚਿੱਤਰ ਨਾਲ ਵੀ ਅੰਦਰੋਂ ਆਪਣੇ ਮਨ ਨਾਲ ਕਈ ਗਾਉਂਦੇ ਆ। ਤੇ ਪਰ ਇਹ ਜਾਣਨਾ ਅਸਲੀ ਇੱਥੇ ਕਿ ਚਿੱਤਰ ਗੁਪਤ ਜਿਹੜੇ ਆ ਉਹ ਲਿਖ ਕੇ ਲੇਖਾ ਲਿਖ ਕੇ ਜਿਹੜਾ ਜਾਣ ਰਹੇ ਆ, ਉਹ ਵੀ ਪਰਮੇਸ਼ਰ ਦਾ ਹੀ ਜਸ ਜਿਹੜਾ ਹੈ ਨਾ ਉਹ ਗਾ ਰਹੇ ਆ। ਕਿਉਂ ਸੱਚੇ ਪਾਤਸ਼ਾਹ ਕਹਿੰਦੇ ਗਾਉਣ ਵਾਲੇ ਭਾਈ ਪਰਮੇਸ਼ਰ ਨੂੰ, ਇਹ ਵਾਹਿਗੁਰੂ ਜਿਹੜੇ ਚਿੱਤਰ ਗੁਪਤ ਹਨ, ਜਿਹੜੇ ਜੀਆਂ ਦੇ ਲੇਖੇ ਨੂੰ ਲਿਖਦੇ ਆ, ਉਹ ਵੀ ਤੇਰੇ ਜਸ ਨੂੰ, ਪਰਮੇਸ਼ਰ ਨੂੰ ਹੀ ਗਾਉਂਦੇ ਹਨ। ਲਿਖ ਧਰਮ ਵਿਚਾਰੇ। ਉਹਨਾਂ ਚਿੱਤਰ ਗੁਪਤ ਦੇ ਲਿਖੇ ਹੋਏ ਲੇਖਾਂ ਦਾ ਜਿਹੜਾ ਅੱਗੇ
ਵਿਚਾਰ ਹੈ ਉਹ ਧਰਮ ਰਾਜਾ ਕਰਦਾ ਹੈ ਕਿ ਇਹ ਠੀਕ ਲਿਖ ਕੇ ਲਿਆਏ ਹਨ ਕਿ ਜੇ ਝੂਠ ਹੀ ਲਿਖ ਲਿਆਏ ਆ। ਫਿਰ ਲਿਖੀ ਲਿਖਤ ਅਨੁਸਾਰ ਵਿਚਾਰ ਕਰਦਾ ਹੈ ਕਿ ਇਸ ਜੀਵ ਨੇ ਇਤਨੇ ਪੁੰਨ ਕੀਤੇ, ਇਤਨੇ ਪਾਪ ਕੀਤੇ ਆ, ਇਤਨੇ ਮਿਸ਼ਰਤ ਕਰਮ ਕੀਤੇ ਆ। ਤੇ ਫਿਰ ਮਹਾਰਾਜ ਆਖਿਆ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਉਹਨਾਂ ਦੇ ਕਰਮਾਂ ਅਨੁਸਾਰ ਨਿਆਂ ਕਰਦਾ ਹੈ। ਧਰਮ ਵਿਚਾਰੇ, ਧਰਮ ਦਾ ਵਿਚਾਰ ਕਰਦਾ ਹੈ, ਭਾਵ ਨਿਆਂ ਦਾ ਵਿਚਾਰ ਕਰਦਾ ਹੈ ਕਿ ਫੈਸਲਾ ਕੀ ਦੇਣਾ। ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਜਿਹੜਾ ਅੰਦਰੇ ਗੁਪਤ ਗੱਲਾਂ ਨੂੰ ਚਿਤਰੀ ਜਾਂਦਾ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਚਿੱਤ ਦੇ, ਇਹ ਜਿਹੜਾ ਅੰਦਰ ਹੈ ਨਾ ਚਿੱਤਰ ਗੁਪਤ, ਇਹ ਬਣਿਆ ਹੋਇਆ ਅੰਦਰ ਗੁਪਤ ਵਾ। ਜਿਸ ਪ੍ਰਕਾਰ ਜੀਆਂ ਦੇ ਸੰਸਕਾਰ ਸਾਰੇ ਅੰਦਰੇ ਹੀ ਅੰਦਰ ਲਿਖੇ ਜਾਂਦੇ ਆ। ਉਹ ਜਾਣਦਾ ਹੈ ਆਪ ਕਿ ਮੈਂ ਆਹ ਕੰਮ ਕੀਤਾ, ਮੈਂ ਉਹ ਕੰਮ ਕੀਤਾ, ਚੰਗੇ ਮੰਦੇ ਸਭ ਜਾਣਦਾ। ਬਚਪਨ ਦੀਆਂ ਗੱਲਾਂ ਵੀ ਕਈ ਵਾਰੀ ਸਾਹਮਣੇ ਆ ਕੇ ਚੇਤੇ ਆ ਜਾਂਦੀਆਂ ਹਨ। ਤੇ ਪਰਮੇਸ਼ਰ ਧਰਮ ਅਤੇ ਅਧਰਮ ਦਾ ਨਿਰਣਾ ਵਿਚਾਰ ਕਰਦਾ ਹੈ। ਉਹ ਚਿੱਤ ਵੀ ਪਰਮੇਸ਼ਰ ਨੂੰ ਗਾਉਂਦਾ ਹੈ। ਤੇ ਮੁੱਖ ਅਰਥ ਲਾਉਣਾ ਲਿਖ ਲਿਖ ਧਰਮ ਵਿਚਾਰੇ। ਧਰਮ ਰਾਜਾ ਵੀ ਉਹ ਲੇਖਾ ਲਿਖ ਕੇ ਜਿਹੜਾ ਲਿਆਉਂਦੇ ਆ ਚਿੱਤਰਗੁਪਤ, ਉਸ ਲਿਖੇ ਹੋਏ ਲੇਖੇ ਨੂੰ ਫਿਰ ਵਿਚਾਰਦਾ ਹੈ, ਧਰਮ ਦਾ ਨਿਆਂ ਕਰਦਾ ਹੈ। ਉਹ ਵੀ ਪਰਮੇਸ਼ਰ ਨੂੰ ਜਿਹੜਾ ਹੈ ਉਹ ਗਾ ਰਿਹਾ ਹੈ। ਗਾਵ ਹੈ ਈਸ਼ਰ ਬਰਮਾ ਦੇਵੀ। ਈਸ਼ਰ ਔਂਕੜ ਦੇ ਨਾਲ ਹੈ, ਇਸ ਕਰਕੇ ਇੱਕ ਵਚਨ ਹੈ ਸ਼ਿਵ ਜੀ। ਤੇ ਬਰਮਾ ਤੋਂ ਅਰਥ ਹੈ ਬ੍ਰਹਮਾ। ਪੜ੍ਹਨਾ ਬਰਮਾ ਹੀ ਹੈ, ਬ੍ਰਹਮਾ ਪੜ੍ਹਨਾ ਨਹੀਂ। ਤੇ ਦੇਵੀ ਜਿਹੜੇ ਆ ਇਹਨਾਂ ਦੀਆਂ ਦੇਵੀਆਂ ਭਾਵ ਇਸਤਰੀਆਂ, ਸ਼ਿਵ ਜੀ ਦੀ ਇਸਤਰੀ ਪਾਰਵਤੀ, ਬ੍ਰਹਮਾ ਦੀ ਸਰਸਵਤੀ, ਭਾਵ ਇਹਨਾਂ ਦੀਆਂ ਸ਼ਕਤੀਆਂ ਪਰਮੇਸ਼ਰ ਨੂੰ ਗਾ ਰਹੀਆਂ। ਸ਼ਿਵ ਜੀ 11 ਰੁਦਰ ਬਣਿਆ ਹੋਇਆ, 11 ਰੁਦਰ ਮੰਨੇ ਜਾਂਦੇ ਆ। ਬ੍ਰਹਮਾ ਵੀ ਕਈ ਰੂਪ ਹੋ ਕੇ ਗਾਉਂਦਾ ਹੈ। ਜਦੋਂ ਕਮਲ ਦੀ ਨਾਲੀ ਦਾ ਅੰਤ ਨਹੀਂ ਸੀ ਪਾ ਸਕਿਆ, ਉਸ ਵੇਲੇ ਬੇਅੰਤ ਉਚਾਰਿਆ ਸੀ। ਬ੍ਰਹਮੇ ਤੁਧ ਧਿਆਨ ਇੰਦਰ ਇੰਦਰਾਸਣਾ, ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਜੋ ਵਾਹਿਗੁਰੂ ਜੀ ਨੂੰ ਇਹ ਸ਼ਿਵ ਜੀ ਤੇ ਬ੍ਰਹਮਾ ਤੇ ਦੇਵੀ, ਇਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਹਨ ਉਹ ਸਾਰੀਆਂ ਗਾਉਂਦੀਆਂ ਹਨ। 9 ਕਰੋੜ ਦੇਵੀਆਂ ਮੰਨੀਆਂ ਤੇ ਉਹ ਕਿਹਾ ਨਾ ਦੁਰਗਾ ਕੋਟ ਜਾ ਕੇ ਮਰਦਨ ਕਰੈ। ਇਸ ਤਰ੍ਹਾਂ ਪਰਮੇਸ਼ਰ ਨੂੰ ਇਹ ਸਾਰੀਆਂ ਸ਼ਕਤੀਆਂ ਵੀ ਗਾਇਨ ਕਰਦੀਆਂ। ਸੋਹਨ ਸਦਾ ਸਵਾਰੇ, ਇਹ ਸਦਾ ਵਾਸਤੇ ਪਰਮੇਸ਼ਰ ਦੇ ਸਵਾਰੇ ਹੋਏ ਸ਼ੋਭ ਰਹੇ ਹਨ। ਜਿੱਥੇ ਜਿੱਥੇ ਇਹਨਾਂ ਨੂੰ ਸਵਾਰ ਕੇ ਬਿਠਾਇਆ ਹੈ, ਉੱਥੇ ਉੱਥੇ ਆਪਣੇ ਦਰਜੇ ਤੇ ਸ਼ੋਭ ਰਹੇ ਹਨ ਅਤੇ ਪਰਮੇਸ਼ਰ ਦੇ ਤਾਂ ਹੀ ਗਾ ਰਹੇ ਹਨ। ਸਵਾਰੇ ਸਹਿਤ ਵਾਰੇ, ਕਿਉਂਕਿ ਜਿਵੇਂ ਬ੍ਰਹਮਾ ਜੀ 60 ਲੱਖ ਬਾਲ ਖਿਲ ਪੁੱਤਾਂ ਤੇ ਸਨਕਾਦਿਕ ਤੇ ਨਾਰਦਕਾਂ ਦੇ ਸਮੇਤ, ਜਿਹੜੇ ਸਨਕਾਦਿਕ ਉਹਦੇ ਪੁੱਤਰ ਮੰਨੇ ਜਾਂਦੇ ਆ, ਨਾਰਦਾਦਿਕ ਵੀ ਬ੍ਰਹਮਾ ਦੇ ਪੁੱਤਰ ਮੰਨੇ ਜਾਂਦੇ ਆ। ਤੇ ਸ਼ਿਵ ਜੀ ਜਿਹੜੇ ਉਹ ਸ਼ਾਮ ਕਾਰਤਿਕ ਤੇ ਗਣੇਸ਼, ਇਹ ਉਹਨਾਂ ਦੇ ਪੁੱਤਰ ਮੰਨੇ ਜਾਂਦੇ ਆ। ਵਿਸ਼ਨੂੰ ਜੀ ਆਪਣੇ ਭਗਤਾਂ ਰੂਪੀ ਬਾਲਕਾਂ ਦੇ ਸਹਿਤ ਸਾਰੇ ਹੀ ਪਰਮੇਸ਼ਰ ਦੇ ਸਵਾਰੇ ਹੋਏ, ਸਵਾਰ ਕੇ ਗੁਣਾਂ ਨੂੰ ਉੱਠ ਕਰਕੇ ਗਾਉਂਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਗਤ ਵੀ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਗੁਣਾਂ ਦੀ ਜਿਹੜੀ ਆ ਵਿਚਾਰ ਕਰਦੇ ਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਵੇਂ ਮਹਾਰਾਜ ਨੇ ਆਖਿਆ ਸੋਹਣ ਸਦਾ ਸਵਾਰੇ, ਉਹ ਸੌਂਦੇ ਆ ਵਾਹਿਗੁਰੂ ਤੇਰੇ ਸਵਾਰੇ ਹੋਏ। ਗਾਵਹਿ ਇੰਦ ਇਦਾਸਣ ਬੈਠੇ, ਜਿਹੜਾ ਇੰਦਰ ਦੇਵਤਾ ਇਹ ਇੰਦਰਾਸਣ ਪਦਵੀ ਤੇ ਬੈਠਾ ਹੋਇਆ ਪਰਮੇਸ਼ਰ ਨੂੰ ਗਾ ਰਿਹਾ ਹੈ। ਬਹੁ ਵਚਨ ਹੈ ਬੈਠੇ, ਤੇ ਇਸ ਦਾ ਮਤਲਬ ਵੀ ਇੱਕ ਨਹੀਂ, ਕਈ ਇੰਦਰ ਦੇਵਤੇ ਜਿਹੜੇ ਹੈ ਉਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਗਾ ਰਹੇ ਆ। ਵੱਡੀ ਆਰਜਾ ਇੰਦਰ ਦੀ, ਇੰਦਰਪੁਰੀ ਵਿੱਚ ਰਾਜ ਕਮਾਵੇ, ਭਾਈ ਗੁਰਦਾਸ ਜੀ ਕਹਿੰਦੇ ਆ। 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਕਹਾਵੇ। ਇੱਕ ਦਿਨ ਦੇ ਵਿੱਚ 14 ਇੰਦਰ ਖਤਮ ਹੋ ਜਾਂਦੇ ਆ। ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਸਿਜਾਵੇ। ਇਹ ਲੋਮਸ ਰਿਖੀ ਹੈ ਜਿਹੜਾ, ਇਹ ਵੀ ਚਿਰੰਜੀਵੀ ਹੋਇਆ। ਇਉਂ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ। ਇਹ ਜਿਹੜੇ ਇੰਦਰ ਵਰਗੇ ਦੇਵਤੇ ਆ, ਇੰਦਰ ਪਦਵੀ ਤੇ ਬੈਠੇ ਹੋਏ, ਸਾਰੇ ਹੀ ਪਰਮੇਸ਼ਰ ਨੂੰ ਗਾ ਰਹੇ ਆ। ਦੇਵਤਿਆ ਦਰ ਨਾਲੇ, ਤੇਰੇ ਦਰ ਉੱਤੇ ਇੰਦਰ ਪਦਵੀ ਦੇ ਆਸਣ ਤੇ ਬੈਠੇ ਸਮੇਤ ਆਪਣੇ ਦੇਵਤਿਆਂ ਦੇ ਪਰਮੇਸ਼ਰ ਤੈਨੂੰ ਗਾ ਰਹੇ ਆ। ਦੇਵਤਿਆਂ ਦੇ ਜਿਹੜੇ ਇਸ ਪ੍ਰਕਾਰ ਸਾਰੇ ਹੀ ਸਮੂਹ ਹਨ,
ਉਹ ਪਰਮੇਸ਼ਰ ਤੇਰੇ ਗੁਣਾਂ ਨੂੰ ਗਾਉਂਦੇ ਆ। 33 ਕਰੋੜ ਦੇਵੀ ਦੇਵਤਾ ਜੋ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹਨ, ਤੇ ਉਹ ਵੀ ਪਰਮੇਸ਼ਰ ਤੇਰੇ ਜਸ ਨੂੰ ਦੇਵਤਿਆ ਦਰ ਨਾਲੇ। ਇਸ ਪ੍ਰਕਾਰ ਦੇਵਤਿਆਂ ਦੀ ਜਿਹੜੀ ਸਮੂਹ ਹੈ ਉਹ ਤੇਰੇ ਨਾਮ ਨੂੰ ਪਰਮੇਸ਼ਰ ਹੀ ਗਾ ਰਹੇ ਆ, ਤੇਰੇ ਜਸ ਨੂੰ ਗਾ ਰਹੇ ਆ। ਇਉਂ ਪਰਮੇਸ਼ਰ ਦੇ ਜਸ ਨੂੰ ਗਾਉਣ ਵਾਲੇ, ਜਿਨ੍ਹਾਂ ਦੀ ਮਹਾਰਾਜ ਕਹਿੰਦੇ ਗਿਣਤੀ ਨਹੀਂ ਆਉਂਦੀ, ਦੇਵਤੇ ਵੀ ਤੇਰੇ ਦਰ ਤੇ ਬੈਠੇ ਹੋਏ ਜਿਹੜੇ ਆ ਉਹ ਸਾਰਿਆਂ ਨੂੰ ਨਾਲ ਲੈ ਕਰਕੇ ਹੇ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ ਆ। ਗਾਵਹਿ ਸਿੱਧ ਸਮਾਧੀ ਅੰਦਰ। ਮਹਾਰਾਜ ਕਹਿੰਦੇ ਸਿੱਧੋ ਤੁਸੀਂ ਵੀ ਸਮਾਧੀ ਦੇ ਅੰਦਰ ਚਿੱਤ ਟਿਕਾਉਣ ਵਾਸਤੇ, ਕਿ ਸਾਡਾ ਸਮਾਧੀ 'ਚ ਮਨ ਲੀਨ ਹੋ ਜਾਵੇ, ਸਮਾਧੀ ਅੰਦਰ ਸਥਿਤ ਹੋ ਕੇ ਪਰਮੇਸ਼ਰ ਨੂੰ ਤੁਸੀਂ ਗਾਉਂਦੇ ਹੋ, ਕਿ ਜਿਸ ਕਰਕੇ ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਸਿੱਧ ਜਿਹੜੇ ਆ ਕਪਲ ਮੁਨੀ ਆਦਿਕ ਜਿਹੜੇ ਵਿਸ਼ਨੂੰ ਦੇ ਅਵਤਾਰ ਮੰਨੇ ਆ, ਉਹ ਵੀ ਪਰਮੇਸ਼ਰ ਨੂੰ ਸਮਾਧੀ ਅੰਦਰ ਅਸਥਿਤ ਹੋਣ ਵਾਸਤੇ ਗਾਉਂਦੇ ਆ। ਗਾਵਨ ਸਾਧ ਵਿਚਾਰੇ, ਜਿਹੜੇ ਸਾਧ ਸਾਧਨਾ ਕਰਨ ਵਾਲੇ ਆ, ਜਗਿਆਸੂ, ਉਹ ਨਿਮਰਤਾ ਵਾਲੇ ਆ, ਗਰੀਬੀ ਧਾਰ ਕੇ ਵਿਚਾਰ ਕਰਕੇ ਪਰਮੇਸ਼ਰ ਨੂੰ ਗਾਉਂਦੇ ਆ। ਸ਼ੁਭ ਗੁਣਾਂ ਦੇ ਸਹਿਤ ਹੋ ਕਰਕੇ ਸਾਧੂ ਜੋ ਮਨ ਨੂੰ ਸਾਧਨ ਵਾਲੇ ਆ, ਵਿਚਾਰ ਪੂਰਵਕ ਗਾਉਂਦੇ ਆ ਕਿ ਪਰਮੇਸ਼ਰ ਵਰਗਾ ਕੋਈ ਹੋਰ ਨਹੀਂ। ਸਾਰੀ ਇਹ ਜਿਹੜੀ ਜਿਸਦਾ ਪਸਾਰਾ ਦਿਸਦਾ, ਇਹ ਸਾਰਾ ਨਾਸ਼ਵੰਤ ਹੈ ਤੇ ਪਰਮੇਸ਼ਰ ਹੀ ਕੋਈ ਇੱਕ ਸੱਤ ਰਹਿਣ ਵਾਲਾ। ਇਹ ਵਿਚਾਰ ਕਰਕੇ ਨਾ ਤਤ ਦੀ, ਤੇ ਉਹ ਸਾਧੂ ਮਹਾਤਮਾ ਗਾਉਂਦੇ ਆ। ਗਾਵਨ ਜਤੀ ਸਤੀ ਸੰਤੋਖੀ, ਜਤ ਤੇ ਸਤ ਧਾਰਨ ਕਰਨ ਵਾਲੇ ਜਿਹੜੇ ਆ ਉਹ ਪਰਮੇਸ਼ਰ ਨੂੰ ਗਾਉਂਦੇ ਆ, ਸੰਤੋਖੀ ਗਾਉਂਦੇ ਆ। ਇਸ ਪ੍ਰਕਾਰ 6 ਜਤੀ ਮੰਨੇ ਆ, ਜੋ ਲక్ష్మణ ਜੀ ਹੈ, ਭੈਰੋ ਜੀ ਹੈ ਤੇ ਹਨੂਮਾਨ ਹੈ। ਇਸ ਪ੍ਰਕਾਰ ਭੀਸ਼ਮ ਜੀ ਹੈ, ਇਹ ਸਾਰੇ ਪਰਮੇਸ਼ਰ ਨੂੰ ਗਾਉਂਦੇ ਆ। ਤੇ ਜਿਹੜੀਆਂ ਸਤੀਆਂ ਹਨ, ਸੀਤਾ ਆਦਿਕ, ਇਹ ਵੀ ਪਰਮੇਸ਼ਰ ਦੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਆ। ਤੇ ਇਸ ਪ੍ਰਕਾਰ ਜਿਹੜੇ ਸੰਤੋਖੀ ਹੈ, ਉਹ ਵੀ ਪਰਮੇਸ਼ਰ ਦੇ ਜਸ ਨੂੰ ਇੱਕ ਰਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗਾਉਂਦੇ ਆ। ਗਾਵਨ ਜਤੀ ਸੰਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਜਿਹੜੇ 52 ਵੀਰ ਹਨ ਤੇ ਹਨੂਮਾਨ ਦੇ ਵੀਰ ਹੈ, ਤੇ ਇਸ ਪ੍ਰਕਾਰ ਜਿਹੜੇ ਉਹ ਵੀਰ ਹਨ ਕਰਾਰੇ, ਬੜੇ ਸਖਤ, ਬੜੇ ਕਰੜੇ, ਉਹ ਵੀ ਪਰਮੇਸ਼ਰ ਵਾਹਿਗੁਰੂ ਆਪ ਦੇ ਜਸ ਨੂੰ ਜਿਹੜਾ ਹਨ ਉਹ ਗਾ ਰਹੇ ਆ। ਐਸੇ ਬਹਾਦਰ ਯੋਧੇ ਆ ਜਿਹੜੇ ਵੀਰ, ਉਹਨਾਂ ਨੂੰ ਸੂਰਬੀਰ ਕਹਿੰਦੇ ਆ। ਜਿਹੜੇ ਆ ਗਾਵਹਿ ਵੀਰ ਕਰਾਰੇ, ਕਰਾਰੇ ਕਹਿੰਦੇ ਇਕਰਾਰਾਂ ਨੂੰ, ਮਾਤਾ ਦੇ ਗਰਭ ਵਿੱਚ ਕੀਤੇ ਹੋਏ ਕਰਾਰਾਂ ਦੇ ਮੁਤਾਬਕ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸਵਾਸ ਸਵਾਸ ਪਰਮੇਸ਼ਰ ਨੂੰ ਗਾਉਂਦੇ ਆ। ਗਾਵਨ ਪੰਡਤ ਪੜਨ ਰਖੀਸੁਰ। ਇਸ ਪ੍ਰਕਾਰ ਜਿਹੜੇ ਪੰਡਤ ਵਿਦਵਾਨ ਹਨ, ਉਹ ਪੜ੍ਹ ਕੇ ਸਿਧਾਂਤ ਨੂੰ ਸਮਝਣ ਵਿੱਚ ਕੁਸ਼ਲ ਹੋ ਕੇ, ਚਤਰ ਹੋ ਕਰਕੇ, ਜਿਵੇਂ ਬਿਆਸ ਜੀ ਆਦਿਕ ਹੋਏ ਆ, ਉਹ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ। ਪੜ੍ਹੇ ਹੋਏ ਜੈਮਨ ਮੁਨੀ ਜਿਹੜੇ, ਉਹਨਾਂ ਕੋ ਆਦਿਕ ਰਖੀਸਰ, ਜਿਨ੍ਹਾਂ ਨੇ ਇਸ ਪ੍ਰਕਾਰ ਆਪਣੀਆਂ ਇੰਦਰੀਆਂ ਨੂੰ ਜਿਹੜਾ ਹੈ ਉਹ ਦਮਨ ਕਰਨਾ ਕੀਤਾ ਹੈ। ਰਿਸ਼ੀਆਂ ਦੇ ਈਸ਼ਰ, ਵੇਦਾਂ ਦੀਆਂ ਰਿਚਾਂ ਪੜ੍ਹਨ ਵਾਲੇ ਗੌਤਮ ਆਦਿਕ ਰਿਸ਼ੀ, ਜੋ ਬਣਾ ਵਿੱਚ ਰਹਿਣ, ਪਿੰਡਾਂ ਵਿੱਚ ਨਾ ਆਉਣ, ਨਾਮ ਇਹ ਉਹਨਾਂ ਦਾ ਰਿਸ਼ੀ ਪੈ ਜਾਂਦਾ। ਇੰਦਰੀਆਂ ਦਾ ਇਹਨਾਂ ਦਾ ਦਮਨ ਕਰਨ ਕੇ ਰੱਖਣ, ਤੇ ਇਸ ਪ੍ਰਕਾਰ ਉਹ ਈਸ਼ਰ ਜਿਹੜੇ ਬਣ ਜਾਂਦੇ ਰਿਸ਼ੀਆਂ ਦੇ। ਐਸੇ ਰਿਸ਼ੀ ਮੁਨੀ ਜਿਹੜੇ ਹਨ, ਗੌਤਮ ਰਿਸ਼ੀ ਆਦਿਕ, ਇਹ ਸਾਰੇ ਪਰਮੇਸ਼ਰ ਦੇ ਜਸ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗਾਉਂਦੇ ਆ। ਇਹ ਐਸੀ ਪੜ੍ਹਾਈ ਨੂੰ ਪੜ੍ਹ ਕਰਕੇ, ਚਤਰ ਹੋ ਕਰਕੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੰਡਾ ਨਾਮ ਬੁੱਧੀ ਦਾ ਹੁੰਦਾ। ਤਤ ਨੂੰ, ਸਿਧਾਂਤ ਨੂੰ ਪੜ੍ਹ ਕਰਕੇ ਤੇ ਬੜੇ ਪਰਮੇਸ਼ਰ ਦੇ ਇਹ ਜਸ ਨੂੰ ਬੜੀ ਸਿਆਣਪ ਦੇ ਨਾਲ ਗੌਤਮ ਰਿਖ ਜਸ ਗਾਇਓ। ਇਸ ਤਰ੍ਹਾਂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ। ਜੁਗ ਜੁਗ ਵੇਦਾਂ ਨਾਲੇ, ਜੁਗਾਂ ਜੁਗਾਂ ਵਿੱਚ ਵੇਦਾਂ ਦੇ ਮਹਾਤਮ ਨੂੰ ਨਾਲੇ ਭਾਵ ਸਹਿਤ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ। ਜਿਹੜੇ ਵੇਦ ਹਨ ਨਾ, ਇਹ ਵੀ ਜੁਗਾਂ ਜੁਗੰਤਰਾਂ ਦੇ ਅੰਦਰ ਪਰਮੇਸ਼ਰ ਦਾ ਜਸ ਜਿਹੜਾ ਹੈ ਉਹ ਕਥਨ ਕਰਦੇ ਆ। ਇਸ ਪ੍ਰਕਾਰ ਮਹਾਰਾਜ ਜੀ ਫਰਮਾਉਂਦੇ ਆ, ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਉਸ ਮਨ ਮੋਹਨ ਪਰਮੇਸ਼ਰ ਦੇ ਤਾਈ,
ਸਵਰਗ ਦੀਆਂ ਮੋਹਣੀਆਂ, ਮਨ ਨੂੰ ਮੋਹਣ ਵਾਲੀਆਂ ਅਪੱਛਰਾਵਾਂ ਜਿਹੜੀਆਂ ਰੰਭਾ, ਉਰਵਸੀ, ਸਚੀ ਆਦਿਕ ਸਭ ਦੇਵਤਿਆਂ ਦੀਆਂ ਸ਼ਕਤੀਆਂ ਅਤੇ ਮੱਛ ਨਾਮ ਵਿਚਾਲੇ ਦਾ, ਜਿਵੇਂ ਮੱਛ ਪਾਣੀ ਦੇ ਵਿਚਕਾਰ ਰਹਿੰਦਾ ਹੈ, ਇਉਂ ਸੁਰਗਾਂ ਤੇ ਪਤਾਲ ਦੇ ਵਿਚਕਾਰ ਜੋ ਮਾਤ ਲੋਕ ਹੈ, ਇਸ ਦਾ ਨਾਮ ਸਤਿਗੁਰੂ ਜੀ ਨੇ ਮੱਛ ਕਿਹਾ ਹੈ। ਇਸ ਮਾਤ ਲੋਕ ਦੀਆਂ ਜਿਹੜੀਆਂ ਫਿਰ ਚਿਤਰਨੀ, ਪਦਮਨੀ, ਹਸਤਨੀ, ਸੰਖਣੀ ਇਹ ਆਦਿ ਮੋਹਣੀਆਂ ਜਿਹੜੀਆਂ ਇਸਤਰੀਆਂ ਹਨ। ਪਿਆਲੇ ਪਤਾਲ ਦੀਆਂ ਜਿਹੜੀਆਂ ਨਾਗ, ਰਾਗਣੀਆਂ, ਨਾਗਣੀਆਂ ਭਾਵ ਉਹ ਗਾਉਂਦੀਆਂ ਹਨ। ਮੋਹਣੀਆਂ ਮੋਹ ਨੂੰ ਜਿਹੜੀਆਂ ਹਣੀਆਂ ਨਾਸ਼ ਕਰਨ ਵਾਲੀਆਂ ਜੋ ਸੰਤਾਂ ਮਹਾਤਮਾ ਦੇ ਅੰਦਰ ਦੈਵੀ ਬਿਰਤੀਆਂ ਹਨ, ਉਹ ਪਰਮੇਸ਼ਰ ਦੇ ਜਸ ਨੂੰ ਗਾਉਂਦੀਆਂ ਨੇ। ਮੱਛ ਦੀ ਨਿਆਈ ਮਨ ਨੂੰ ਨਿਮਰਤਾ ਦੇ ਪਤਾਲ ਵਿੱਚ ਜਿਨ੍ਹਾਂ ਨੇ ਭੇਜਿਆ ਹੈ, ਉਹ ਮਨ ਨੂੰ ਮੋਹਿਤ ਕਰਨ ਵਾਲੇ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ। ਇਸ ਪ੍ਰਕਾਰ ਸੁਰਗ, ਮਾਤ ਲੋਕ ਤੇ ਪਤਾਲ ਲੋਕ ਦੇ ਸਾਰੇ ਜੀਵ ਤੈਨੂੰ ਗਾਉਂਦੇ ਆ। ਸਵਰਗ ਲੋਕ ਦੇ ਵੀ, ਮਾਤ ਲੋਕ ਦੇ ਵੀ ਤੇ ਪਤਾਲ ਲੋਕ ਦੇ ਵੀ। ਗਾਵੈ ਮੋਹਣੀਆਂ ਮਨ ਮੋਹਨ, ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਅਪੱਛਰਾਵਾਂ ਆਦਿਕ ਹਨ। ਪਤਾਲ ਦੀਆਂ ਜਿਹੜੀਆਂ ਹਨ ਰਾਣੀਆਂ ਹਨ, ਸਵਰਗ ਦੀਆਂ ਅਪੱਛਰਾਵਾਂ ਹਨ ਤੇ ਮਾਤ ਲੋਕ ਦੀਆਂ ਸੁੰਦਰ ਇਸਤਰੀਆਂ ਹਨ। ਇਹ ਸਾਰੀਆਂ ਹੀ ਸੁਰਗ, ਮੱਛ, ਪਿਆਲੇ, ਸਵਰਗਾਂ ਦੀਆਂ, ਮੱਛ ਮਾਤ ਲੋਕ ਦੀਆਂ, ਪਿਆਲੇ ਪਤਾਲ ਦੀਆਂ, ਸਾਰੀਆਂ ਵਾਹਿਗੁਰੂ ਤੈਨੂੰ ਗਾਉਂਦੀਆਂ। ਗਾਵਨ ਰਤਨ ਉਪਾਏ ਤੇਰੇ, ਜਿਹੜੇ 14 ਰਤਨ ਵਾਹਿਗੁਰੂ ਤੇਰੇ ਉਪਾਏ ਪੈਦਾ ਕੀਤੇ ਹੋਏ ਆ। ਧਨਖ, ਧਨੰਤਰ, ਵੈਦ ਜਿਹੜਾ ਹੈ, ਫਿਰ ਇਸ ਪ੍ਰਕਾਰ ਇਹ ਸਾਰੇ ਚੰਦਰਮਾ, ਕਲਪਤਰ, ਬ੍ਰਿਸ਼, ਸੰਖ, ਅੰਮ੍ਰਿਤ, ਹਾਂਜੀ, ਅਰਾਪਤ, ਹਾਥੀ, ਇਹ ਸਾਰੇ 14 ਰਤਨ ਗਿਣੇ ਗਏ ਆ। ਤੇ ਇਹ 14 ਰਤਨ ਵੀ ਜਿਹੜੇ ਆ ਤੇਰੇ ਉਪਾਏ ਪੈਦਾ ਕੀਤੇ ਹੋਏ। ਜਦੋਂ ਸਮੁੰਦਰ ਮੰਥਨ ਕੀਤਾ ਸੀਗਾ ਇਹ ਵਾਹਿਗੁਰੂ, ਇਹ 14 ਰਤਨ ਵੀ ਗਾਵਨ ਰਤਨ ਉਪਾਏ ਤੇਰੇ, ਤੇਰੇ ਉਪਾਏ ਪੈਦਾ ਕੀਤੇ ਹੋਏ ਇਹ 14 ਰਤਨ ਵੀ ਆਪ ਨੂੰ ਗਾ ਰਹੇ ਆ। 14 ਰਤਨਾਂ ਦੇ ਸਮੇਤ ਜਿਹੜੇ ਦੇਵਤੇ ਸਾਰੇ ਗਾ ਰਹੇ। 68 ਤੀਰਥ ਨਾਲੇ, 68 ਤੀਰਥਾਂ ਦੇ ਨਾਲੇ ਸਮੇਤ ਭਾਵ ਪੁਸਤਕਾਂ ਦੇ ਜਿਨ੍ਹਾਂ ਵਿੱਚ ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਦੱਸਿਆ ਗਾ ਰਹੇ ਹਨ। ਗਾਵਹਿ ਜੋਧ ਮਹਾਬਲ ਸੂਰਾ, ਬੜੇ ਬੜੇ ਯੋਧੇ, ਰਥੀ, ਮਹਾਬਲੀ, ਸੂਰਬੀਰ, ਅਤ ਰਥੀ ਪਰਮੇਸ਼ਰ ਨੂੰ ਗਾਉਂਦੇ ਆ। ਜੋ ਰਥੀ ਹੁੰਦਾ ਹੈ ਉਹ 100 ਜਾਂ 1000 ਨਾਲ ਇਕੱਲਾ ਜੰਗ ਕਰੇ, ਫਤਿਹ ਪ੍ਰਾਪਤ ਕਰੇ। ਮਹਾਬਲੀ, ਮਹਾਰਥੀ ਦਾ ਨਾਮ ਹੈ 10,000 ਨਾਲ ਲੜ ਕੇ ਜਿੱਤ ਪ੍ਰਾਪਤ ਕਰੇ। ਸੂਰਾ, ਅਤ ਰਥੀ ਉਹ ਹੈ ਜਿਹੜਾ ਅਣਗਿਣਤ ਨਾਲ ਜੰਗ ਕਰਕੇ ਫਤਿਹ ਪਾਵੇ। ਇਹ ਸਭ ਪਰਮੇਸ਼ਰ ਨੂੰ ਗਾਉਂਦੇ ਆ। ਯੋਧੇ, ਸੂਰਬੀਰ, ਯੋਧੇ ਉਹ ਆ ਜੋ ਆਪਣੇ ਆਪ ਨੂੰ ਕੁਸੰਗਤ ਤੋਂ ਬਚਾ ਲੈਂਦੇ ਆ। ਮਹਾਬਲੀ ਉਹ ਜਿਹੜੇ ਇੰਦਰੀਆਂ ਤੋਂ ਵਿਸ਼ਿਆਂ ਵੱਲੋਂ ਰੋਕ ਲੈਂਦੇ ਆ। ਤੇ ਸੂਰਮੇ ਉਹ ਜਿਹੜੇ ਸੈਂਕੜੇ ਫੁਰਨਿਆਂ ਨੂੰ ਰੋਕ ਕੇ ਫਤਿਹ ਪਾਉਂਦੇ ਆ। ਫਾਹੇ ਕਾਟੇ ਮਿਟੇ ਗਵਨ, ਫਤਿਹ ਪਾਈ ਮਨ ਜੀਤ, ਇਉਂ ਸਾਰੇ ਮਨ, ਬਾਣੀ, ਸਰੀਰ ਨੂੰ ਜਿੱਤਣ ਵਾਲੇ ਉਸ ਨੂੰ ਗਾਉਂਦੇ ਆ। ਯੋਧ, ਯੋਧੇ ਜਿਹੜੇ ਸਰਵਣ ਕਰਨ ਵਾਲੇ ਹਨ। ਮਹਾਬਲੀ ਜਿਹੜੇ ਮੰਨਣ ਕਰਨ ਵਾਲੇ ਆ। ਸੂਰਮੇ ਜਿਹੜੇ ਕਮਾਈ ਕਰਦੇ ਆ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਧਿਆਨ ਜੋੜ ਕੇ। ਤੇ ਪਰਮੇਸ਼ਰ ਉਹ ਵੀ ਗਾਵਹਿ ਜੋਧ ਮਹਾਬਲ ਸੂਰਾ, ਐਸੇ ਜਿਹੜੇ ਯੋਧੇ ਮਹਾਬਲੀ ਸੂਰਬੀਰ ਹੈ ਉਹ ਪਰਮੇਸ਼ਰ ਤੇਰੇ ਜਸ ਨੂੰ ਬਹੁਤ ਪਿਆਰ ਨਾਲ ਸਾਰੇ ਇਹ ਗਾਉਂਦੇ ਆ। ਗਾਵਹਿ ਖਾਣੀ ਚਾਰੇ, ਚਾਰੇ ਖਾਣੀਆਂ ਦੇ ਜਿੰਨੇ ਜੀਵ ਹਨ, ਅੰਡਜ, ਅੰਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ, ਜੇਰਜ, ਜੇਰ ਤੋਂ ਪੈਦਾ ਮਨੁੱਖ, ਪਸ਼ੂ ਆਦਿਕ, ਤੇ ਫਿਰ ਸੇਤਜ, ਮੁੜਕੇ ਤੋਂ ਪੈਦਾ ਹੋਣ ਵਾਲੇ। ਇਸ ਪ੍ਰਕਾਰ ਜਿਹੜੇ ਆ ਉਤਪੁਜ ਖਾਣੀ ਜਿਹੜੀ ਆ ਉਹ ਧਰਤੀ ਤੋਂ ਪੈਦਾ ਹੋਣ ਵਾਲੇ ਬ੍ਰਿਕਸ਼ ਆਦਿਕ, ਬਨਸਪਤੀ ਆਦਿਕ, ਇਹ ਸਾਰੇ ਹੀ ਵਾਹਿਗੁਰੂ ਤੈਨੂੰ ਜਿਹੜੇ ਆ ਨਾ ਉਹ ਚਾਰੇ ਖਾਣੀਆਂ ਦੇ ਹੀ ਜੀਵ ਜਿਹੜੇ ਤੈਨੂੰ ਗਾ ਰਹੇ। ਗਾਵੈ ਖਾਣੀ ਚਾਰੇ, ਚਾਰੇ ਖਾਣੀਆਂ ਗਾ ਰਹੀਆਂ। ਗਾਵੈ ਖੰਡ ਮੰਡਲ ਵਰ ਭੰਡਾ, 9 ਖੰਡ ਜਿਹੜੇ ਹਨ ਉਹ ਕੁਰੂ ਖੰਡ, ਭਰਤ ਖੰਡ, ਇਸ ਤਰ੍ਹਾਂ ਇਹ 9 ਖੰਡ ਵਾ ਇਹ। ਤੇ ਜਿਹੜਾ 400 ਕੋਹ ਦਾ ਜਿਹੜਾ ਗੋਲਾਕਾਰ ਇਲਾਕਾ ਉਹਨੂੰ ਮੰਡਲ ਕਹਿੰਦੇ ਆ। ਮੰਡਲ ਨਾਮ ਦੀਪ ਦਾ ਵੀ ਹੈ। 7 ਦੀਪ ਹਨ। ਇਹਨਾਂ 7 ਮੰਡਲਾਂ ਦੀਪਾਂ ਦੇ ਵਿੱਚ ਰਹਿਣ ਵਾਲੇ ਸਾਰੇ ਉਸ ਪਰਮੇਸ਼ਰ ਨੂੰ ਗਾਉਂਦੇ ਆ। ਵਰ ਭੰਡਾ, ਵੱਡਾ ਭਾਂਡਾ ਬ੍ਰਹਮੰਡ, ਇੱਕ ਪੁਰੀਆਂ ਵਾਲਾ, ਜਿਸ ਵਿੱਚ 7 ਦੀਪ, 9 ਖੰਡ। ਆਪਣੀ ਧਰਤੀ ਜਿਹੜੀ ਹੈ ਜਿੱਥੇ ਆਪਾਂ ਰਹਿੰਦੇ ਆ, ਇਹਦੇ ਉੱਪਰਲੇ 7 ਲੋਕ ਤੇ 7 ਥੱਲੇ ਪਤਾਲ ਦਾ ਆਦਿਕ, ਇਹਨੂੰ ਵਰ ਭੰਡਾ ਵਿਸ਼ੇਸ਼ ਕਰਕੇ ਵੱਡਾ ਭਾਂਡਾ ਕਹਿੰਦੇ ਆ। ਇਹ ਸਾਰੇ ਪਰਮੇਸ਼ਰ ਨੂੰ ਗਾਉਂਦੇ ਆ।
ਗਾਵੇ ਖੰਡ ਮੰਡਲ ਵਰ ਭੰਡਾ। ਜਿਨ੍ਹਾਂ ਨੇ ਮੰਡਲ ਸਮੂਹ ਕਾਮ ਕ੍ਰੋਧ ਆਦਿਕ ਨੂੰ ਖੰਡ ਦਿੱਤਾ ਹੈ, ਸ਼ੁਭ ਗੁਣਾਂ ਨੂੰ ਮੰਡਲ ਹਿਰਦੇ ਵਿੱਚ ਭੂਸ਼ਿਤ ਕੀਤਾ ਹੈ, ਧਾਰਨ ਕੀਤਾ ਹੈ, ਉਹ ਵਰ ਸ੍ਰੇਸ਼ਟ ਭਾਂਡਾ ਪਾਤਰ ਬਣੇ ਹਨ। ਸੰਤ ਮਹਾਤਮਾ ਉਹ ਵੀ ਪਰਮੇਸ਼ਰ ਨੂੰ ਗਾਉਂਦੇ ਹਨ। ਕਰ ਕਰ ਰੱਖੇ ਧਾਰੇ, हे ਪਰਮੇਸ਼ਰ ਕਰਕੇ ਪੈਦਾ, ਕਰਕੇ ਪਾਲਣਾ, ਆਪਣੇ ਧਾਰੇ ਆਸਰੇ ਤੇ ਸਾਰੇ ਮਹਾਰਾਜ ਟਿਕਾਏ ਹੋਏ ਆ। ਕਰਕੇ ਸਰਵਣ, ਕਰਕੇ ਮੰਨਣ, ਚਿੱਤ ਵਿੱਚ ਨਿਧਿਆਸਣ ਕਰਕੇ, ਗਿਆਨ ਦੀ ਧਾਰਨਾ ਨੂੰ ਧਾਰ ਕਰਕੇ ਪਰਮੇਸ਼ਰ ਨੂੰ ਸਾਰੇ ਗਾਉਣਾ ਕਰਦੇ ਆ। ਸਈ ਤੁਧਨੋਂ ਗਾਵਹਿ ਜੋ ਤੁਧ ਭਾਵਨ। ਇਹ ਪਰਮੇਸ਼ਰ ਇਹਨਾਂ ਸਾਰਿਆਂ ਵਿੱਚੋਂ ਗਾਉਣ ਵਾਲੇ ਉਹ ਹੀ ਸਫਲੇ ਹਨ ਜੋ ਆਪ ਜੀ ਨੂੰ ਭਾਵਨ ਭਾ ਜਾਂਦੇ, ਜਿਨ੍ਹਾਂ ਦੀ ਸ਼ਰਧਾ ਆਪ ਜੀ ਨੂੰ ਜਦੋਂ ਗਾਉਂਦੇ ਆ ਪਿਆਰ ਨਾਲ ਤੇ ਭਾ ਜਾਂਦੀ। ਸਈ ਤੁਧਨੋਂ ਗਾਵਹਿ, ਉਹ ਹੀ ਮਹਾਰਾਜ ਤੁਹਾਨੂੰ ਗਾਉਂਦੇ ਆ, ਉਹੋ ਹੀ ਗਾ ਸਕਦੇ ਆ। ਉਹਨਾਂ ਦੀ ਸੁਰਤ ਜੁੜਦੀ ਹੈ ਗਾਉਂਦਿਆਂ ਹੋਇਆਂ ਦੀ। ਜੋ ਤੁਧ ਭਾਵਨ, ਉਹ ਹੀ ਆਪ ਜੀ ਨੂੰ ਜਿਹੜੇ ਭਾ ਜਾਣ, ਜਿਨ੍ਹਾਂ ਦਾ ਗਾਇਆ ਹੋਇਆ, ਜਿਨ੍ਹਾਂ ਦੀ ਸ਼ਰਧਾ, ਜਿਨ੍ਹਾਂ ਦਾ ਪਿਆਰ ਭਾ ਜਾਵੇ, ਉਹਨਾਂ ਦਾ ਗਾਇਆ ਥਾਂ ਪੈ ਜਾਂਦਾ ਹੈ। ਰੱਤੇ ਤੇਰੇ ਭਗਤ ਰਸਾਲੇ, ਇਹ ਪਰਮੇਸ਼ਰ ਤੇਰੇ ਭਗਤ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਆ। ਰਸਾਲੇ ਸੁੰਦਰ, ਸਮੂਹ ਰਸਾਂ ਦਾ ਘਰ ਬਣੇ ਹੋਏ ਆ, ਆਲੇ ਘਰ ਬਣੇ ਹੋਏ ਆ, ਤੇ ਤੂੰ ਆਪ ਸਾਰਿਆਂ ਰਸਾਂ ਦਾ ਘਰ ਹੈ। ਇਸ ਕਰਕੇ ਉਹ ਬ੍ਰਹਮਾ ਨੂੰ ਆਨੰਦ ਰੂਪੀ ਰਸ ਨੂੰ ਲੈਣ ਵਾਲੇ ਹੈ, ਜਿਨ੍ਹਾਂ ਦਾ ਜਿਹੜਾ ਹੈ ਰਸਾਲੇ ਅੰਬਵਤ ਜੀਵਨ ਰਸਦਾਇਕ ਪਰ ਉਪਕਾਰੀ ਬਣ ਚੁੱਕਾ ਹੈ। ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ। ਇਹੋ ਜਿਹੇ ਰਸਾਂ ਦੇ ਆਲੇ ਜਿਹੜੇ ਘਰ ਬਣ ਗਏ, ਭਗਤ ਮਹਾਰਾਜ ਤੇਰੇ ਜਸ ਨੂੰ ਗਾਉਂਦੇ ਆ। ਹੋਰ ਕੇਤੇ ਗਾਵਨ ਛੇਮੈ ਚਿਤਨ ਆਵਨ, ਜਿੰਨੇ ਕੋ ਗਿਆਤ ਪੂਰਵਕ ਗਾਉਂਦੇ ਹਨ ਅਸੀਂ ਕਥਨ ਕੀਤੇ ਹਨ। ਮਹਾਰਾਜ ਕਹਿੰਦੇ ਜਿਹੜੇ ਅਗਿਆਤ ਪੂਰਵਕ ਗਾਉਂਦੇ ਆ, ਜਿਨ੍ਹਾਂ ਦੇ ਨਾਉ ਥਾਉ ਨਹੀਂ ਕਹੇ ਜਾ ਸਕਦੇ, ਹੋਰ ਕਿਤਨੇ ਕੁ ਗਾਉਂਦੇ ਹਨ, ਉਹ ਸਾਡੇ ਚਿੱਤ ਨਹੀਂ ਆਉਂਦੇ। ਮਹਾਰਾਜ ਕਹਿੰਦੇ ਭਾਈ ਕਿੰਨੇ ਕੁ ਗਾਉਂਦੇ ਆ, ਉਹ ਗਿਣੇ ਨਹੀਂ ਜਾ ਸਕਦੇ। ਨਾਨਕ ਕਿਆ ਵਿਚਾਰੇ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਧੋ, ਇਹਨਾਂ ਦੀ ਬਾਬਤ ਵਿਚਾਰ ਕਰਕੇ ਜਿਹੜਾ ਕੀ ਦਸੀਏ, ਅਣਗਿਣਤ ਹਨ। ਜੇਤੀ ਪ੍ਰਭੂ ਜਨਾਈ ਤੇ ਰਸਨਾ ਤੇਤ ਭਨੀ, ਅਣਜਾਨਤ ਜੋ ਸੇਵੈ ਤੇਤੀ ਨਹਿ ਜਾਏ ਗਨੀ। ਜਿਹੜੀ ਗਿਣਤੀ ਤੋਂ ਰਹਿਤ ਰਚਨਾ ਸੇਵ ਰਹੀ ਹੈ, ਉਹ ਗਿਣਤੀ ਵਿੱਚ ਨਹੀਂ ਆ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਤੁਸੀਂ ਉਹਨਾਂ ਦੀ ਜਿਹੜੀ ਹੈ ਕੀ ਵਿਚਾਰ ਕਰ ਸਕਦੇ ਹੋ, ਜਿਨ੍ਹਾਂ ਦੇ ਨਾਉ ਥਾਉ ਰੂਪ ਆਦਿਕ ਕੁਛ ਵੀ ਕਥਨ ਨਹੀਂ ਕੀਤਾ ਜਾ ਸਕਦਾ। ਥਾਵਾਂ ਨਾਵ ਨਾ ਜਾਣੀਐ, ਨਾਵਾ ਕੇਵਡ ਨਾਉ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਉਹ ਗਿਣੇ ਨਹੀਂ ਜਾ ਸਕਦੇ। ਫਿਰ ਕਹਿੰਦੇ ਮਹਾਰਾਜ ਉਹ ਪਰਮੇਸ਼ਰ ਦਾ ਸਰੂਪ ਕੈਸਾ ਹੈ, ਤਾਂ ਮਹਾਰਾਜ ਕਹਿੰਦੇ ਸੋਈ ਸੋਈ ਸਦਾ ਸੱਚ ਸਾਹਿਬ। ਸੋਈ ਪਰਮੇਸ਼ਰ ਸਦਾ ਰਹਿਣ ਵਾਲਾ, ਪਿੱਛੇ ਵੀ ਸੀ, ਸੋਈ ਸੱਚਾ ਸੀ, ਸਾਹਿਬ ਹੁਣ ਵੀ ਹੈ, ਸਾਚਾ ਸਾਚੀ ਨਾਈ। ਮਹਾਰਾਜ ਕਹਿੰਦੇ ਉਹ ਸੱਚਾ ਪਰਮੇਸ਼ਰ ਜਿਸ ਦੀ ਸੱਚੀ ਨਾਈ ਭਾਵ ਵਡਿਆਈ ਮਹਿਮਾ, ਸੱਚੀ ਸਤਨਾਮ ਰੂਪੀ ਨਾਈ ਆਵਾਜ਼, ਉਹ ਅੱਗੇ ਨੂੰ ਵੀ ਹੋਵੇਗਾ, ਤਰਈ ਕਾਲ ਆਬਾਦ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਸ ਹੋਣ ਵਾਲਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਸਦਾ ਸੱਚ ਸਰੂਪ ਹੈ, ਸਾਹਿਬ ਮਾਲਕ ਹੈ, ਸਦਾ ਇੱਕ ਰਸ ਰਹਿਣ ਵਾਲਾ ਹੈ। ਸੋਈ ਸੋਈ ਸਦਾ ਸੱਚ ਸਾਹਿਬ, ਇਹ ਸਿੱਧੋ ਸੋਈ ਨਿਰਗੁਣ ਸਰੂਪ ਜੋ ਹੈ, ਸਦਾ ਸਦਾ ਸੱਚਾ ਰਹਿਣ ਵਾਲਾ ਹੈ। ਉਹੋ ਹੀ ਮਾਇਆ ਬਿਰਤੀ ਦੁਆਰਾ ਸ੍ਰਿਸ਼ਟੀ ਦੀ ਸਾਹਿਬ ਮਾਲਕ ਹੋ ਕਰਕੇ ਮਹਾਰਾਜ ਕਹਿੰਦੇ ਪਾਲਣਾ ਕਰਦਾ ਹੈ। ਮਾਇਆ ਸਬਲ ਹੋ ਕੇ ਸਰਗੁਣ ਰੂਪ ਕਹਾਉਂਦਾ ਹੈ, ਅਤੇ ਸਾਚਾ ਸਾਚੀ ਨਾਈ ਉਹ ਜਿਹੜੀ ਸਰਗੁਣ ਸਰੂਪ ਆਪਣੀ ਮਾਇਆ ਨੂੰ ਸੰਕੋਚ ਕੇ ਫਿਰ ਸਾਚਾ ਤਰਈ ਕਾਲ ਆਬਾਦ ਸਤ ਚਿਤ ਆਨੰਦ ਸਰੂਪ ਨਿਰਗੁਣ ਸਰੂਪ ਹੈ। ਸਾਚੀ ਨਾਈ ਉਹੀ ਸਰਗੁਣ ਸਰੂਪ ਹੈ। ਉਸ ਦੀ ਮਹਾਰਾਜ ਕਹਿੰਦੇ ਜਿਹੜੀ ਓੰਕਾਰ ਧੁਨੀ ਆਵਾਜ਼ ਹੈ, ਉਸ ਦੀ ਮਾਇਆ ਰਚੀ ਹੋਈ ਸੱਚੇ ਦੀ ਨਾਈ ਨਿਆਈ ਪ੍ਰਤੀਤ ਹੋ ਰਹੀ ਹੈ। ਓੰਕਾਰ ਧੁਨ ਨਾਲ ਵਾਹਿਗੁਰੂ ਜੀ ਨੇ ਇਹ ਸਾਰਾ ਪਸਾਰਾ ਫੈਲਾਇਆ ਹੈ। ਇਸ ਕਰਕੇ ਉਹ ਜਿਹੜੀ ਉਹਦੀ ਧੁਨ ਹੈ ਨਾ, ਉਹ ਵੀ ਸੱਚੀ ਹੈ ਵੀ ਹੋਸੀ। ਮਹਾਰਾਜ ਕਹਿੰਦੇ ਹੈ ਹੁਣ ਵਰਤਮਾਨ ਸਮੇਂ ਵਿੱਚ ਵੀ, ਵੀ ਪਿੱਛੇ ਵੀ ਸੀ, ਹੋਸੀ ਭਵਿੱਖਤ ਅੱਗੇ ਪਰਮੇਸ਼ਰ ਜਿਹੜਾ ਉਹ ਅੱਗੇ ਵੀ ਹੋਵੇਗਾ, ਜਾਏ ਨਾ ਜਾਸੀ। ਮਹਾਰਾਜ ਨੇ ਕਿਹਾ ਜਾਏ ਨਾ, ਉਹ ਜਾਏ ਪੈਦਾ ਨਹੀਂ ਹੋਇਆ, ਨਾ ਜਾਸੀ ਨਾ ਮਰ ਕੇ ਕਿਤੇ ਜਾਵੇਗਾ, ਜੰਮਣ ਮਰਨ ਤੋਂ ਰਹਿਤ ਹੈ। ਰਚਨਾ ਜਿਨ ਰਚਾਈ, ਸੂਖਮ ਸਥੂਲ ਕਾਰਨ ਦੇਹਾਂ ਦੀ ਰਚਨਾ ਜਿਸ ਵਾਹਿਗੁਰੂ ਨੇ ਰਚਾਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਅਨੰਤ ਹੈ, ਉਹ ਬੇਅੰਤ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਉਂ ਮਹਾਰਾਜ ਨੂੰ ਪ੍ਰਸ਼ਨ ਕਰਦੇ ਆ ਕਿ ਰਚਨਾ
ਤੇ ਪਰਮੇਸ਼ਰ ਦਾ ਸੰਬੰਧ ਜਿਹੜਾ ਉਹ ਕੈਸਾ ਹੈ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜੀ ਇਹ ਰਚਨਾ ਰਚੀ ਹੈ ਪਰਮੇਸ਼ਰ ਨੇ, ਇਹ ਰਚਨਾ ਤਾਂ ਭਾਵੇਂ ਪਸਾਰਾ ਸਾਰਾ ਜਿਹੜਾ ਉਹ ਅਲੋਪ ਹੋ ਜਾਏਗਾ, ਪਰ ਵਾਹਿਗੁਰੂ ਸਦਾ ਸਥਿਰ ਰਹਿਣ ਵਾਲੇ ਹੈ। ਪਰਮੇਸ਼ਰ ਸਦਾ ਇੱਕ ਰਸ ਰਹਿਣ ਵਾਲੇ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗੀ ਰੰਗੀ ਭਾਤੀ, ਜਿਵੇਂ ਅਨੇਕ ਰੰਗਾਂ ਦੀ ਉਸ ਦੀ ਮਾਇਆ ਹੈ, ਉਸ ਦੁਆਰਾ ਪੈਦਾ ਕੀਤੀ ਸ੍ਰਿਸ਼ਟੀ ਵੀ ਰੰਗਾਂ ਰੰਗਾਂ ਦੀ ਭਾਂਤੀ ਤਰ੍ਹਾਂ ਤਰ੍ਹਾਂ ਦੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਰ ਕਰ ਜਿਨਸੀ। ਫਿਰ ਜਿਸ ਨੇ ਜਿਨਸਾਂ ਬਣਾਈਆਂ ਹਨ, ਖੱਚਰਾਂ ਦੀ ਜਿਨਸ ਵੱਖਰੀ ਹੈ, ਘੋੜਿਆਂ ਦੀ ਵੱਖਰੀ ਹੈ, ਤੇ ਇਉਂ ਜਿਨਸਾਂ ਮਹਾਰਾਜ ਸਾਹਿਬ ਜੀ ਨੇ ਅੱਗੇ ਬਣਾਈਆਂ ਹਨ। ਮਾਇਆ ਜਿਨ ਉਪਾਈ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ, ਇਹ ਮਾਇਆ ਦੁਆਰਾ ਪੈਦਾ ਕੀਤੀ ਹੈ। ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਨਾਨਾ ਰੂਪ ਰਹੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਇਉਂ ਵਾਹਿਗੁਰੂ ਜੀ ਨੇ ਮਾਇਆ ਦੇ ਨਾਲ ਇਹ ਸਾਰੀ ਜਿਹੜੀ ਉਪਾਈ ਪੈਦਾ ਕੀਤੀ ਹੈ, ਜਿੰਨੀ ਵੀ ਰਚਨਾ ਹੈ। ਕਰ ਕਰ ਵੇਖਿਆ ਕੀਤਾ ਆਪਣਾ, ਕਰਕੇ ਪੈਦਾ ਕਰਕੇ ਪਾਲਣਾ। ਆਪਣੇ ਕੀਤੇ ਹੋਏ ਪਸਾਰੇ ਨੂੰ ਆਪ ਹੀ ਵੇਖ ਰਿਹਾ, ਸਭ ਦੇ ਕਰਮਾਂ ਦੇ ਤਾਈਂ। ਜਿਵ ਤਿਸ ਦੀ ਵਡਿਆਈ, ਉਹ ਸੁਤੰਤਰ ਹੈ, ਆਪਣੀ ਮੌਜ ਦਾ ਮਾਲਕ ਹੈ। ਜਿਵੇਂ ਪਰਮੇਸ਼ਰ ਦੀ ਵਡਿਆਈ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਵੇਂ ਉਸ ਦੀ ਆਪਣੀ ਮੌਜ ਹੈ। ਵਡਿਆਈ ਨਾਮ ਇੱਛਾ ਦਾ ਹੈ, ਰਜਾ ਦਾ ਹੈ। ਮਹਾਰਾਜ ਕਹਿੰਦੇ ਉਹ ਜਿਵੇਂ ਉਸ ਦੀ ਮੌਜ ਹੈ ਤੇ ਉਹ ਜੀਆਂ ਨੂੰ ਵਡਿਆਈ ਦੇ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰ ਕਰ ਵੇਖਿਆ ਕੀਤਾ ਆਪਣਾ, ਆਪਣੇ ਕੀਤੇ ਨੂੰ ਕਰ ਕਰਕੇ ਪੈਦਾ ਸੰਸਾਰ ਨੂੰ ਤੇ ਪਾਲਣਾ ਕਰਕੇ ਆਪ ਵੇਖ ਰਿਹਾ। ਜਿਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਭਾਈ ਉਸ ਦੀ ਵਡਿਆਈ ਹੈ, ਮੌਜ ਹੈ। ਜਿਵ ਤਿਸ ਭਾਵ ਹੈ, ਵਾਹਿਗੁਰੂ ਜੋ ਤਿਸ ਭਾਵ ਹੈ ਸੋਈ ਕਰਸੀ। ਜੋ ਪਰਮੇਸ਼ਰ ਨੂੰ ਪਿੱਛੇ ਭਾਉਂਦਾ ਸੀ ਉਹ ਕਰਦਾ ਸੀ, ਹੁਣ ਜੋ ਭਾਉਂਦਾ ਉਹ ਕਰਦਾ ਹੈ। ਅੱਗੇ ਨੂੰ ਜੋ ਭਾਵੇਗਾ ਉਹ ਹੀ ਕਰੇਗਾ। ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਕਿਸੇ ਪਾਸੋਂ ਉਸ ਪਰਮੇਸ਼ਰ ਦੇ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਹਾਰਾਜ ਨੇ ਕਿਹਾ ਬੇਵਜ਼ੀਰ ਬੜੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣੇ ਉਸ਼ਾਹੇ ਜੀਓ। ਉਸ ਦੇ ਅੱਗੇ ਕੋਈ ਹੁਕਮ ਨਹੀਂ ਚਲਾ ਸਕਦਾ। ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਵਾਹਿਗੁਰੂ ਦੇ ਅੱਗੇ ਕੋਈ ਹੁਕਮ ਨਹੀਂ ਚਲਾ ਸਕਦਾ ਹੈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ। ਸਤਿਗੁਰੂ ਜੀ ਕਹਿੰਦੇ ਹਨ ਉਹ ਪਾਤਸ਼ਾਹ ਪਿੱਛੇ ਵੀ ਸੀ, ਹੁਣ ਵੀ ਉਹ ਸੱਚਾ ਪਾਤਸ਼ਾਹ ਹੈ, ਅੱਗੇ ਨੂੰ ਵੀ ਉਹ ਸੱਚਾ ਪਾਤਸ਼ਾਹ ਹੋਵੇਗਾ। ਦੁਨੀਆ ਦੇ ਪਾਤਸ਼ਾਹ ਸੰਸਾਰ ਚੋਂ ਆਉਂਦੇ ਆ ਚਲੇ ਜਾਂਦੇ ਆ, ਪਰ ਮਹਾਰਾਜ ਕਹਿੰਦੇ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ। ਉਹ ਪਹਿਲਾਂ ਵੀ ਸੱਚਾ ਪਾਤਸ਼ਾਹ ਸੀ, ਹੁਣ ਵੀ ਸੱਚਾ ਪਾਤਸ਼ਾਹ, ਅੱਗੇ ਨੂੰ ਵੀ ਸੱਚਾ ਪਾਤਸ਼ਾਹ ਹੋਵੇਗਾ। ਨਾਨਕ ਰਹਿਣ ਰਜਾਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਉਸ ਪਰਮੇਸ਼ਰ ਦੀ ਰਜਾ ਆਗਿਆ ਵਿੱਚ ਰਹਿਣਾ ਚਾਹੀਦਾ। ਸਿੱਧੋ ਜਿਹੜਾ ਪਰਮੇਸ਼ਰ ਦੀ ਆਗਿਆ ਵਿੱਚ ਰਹੇਗਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਏਗਾ ਅਤੇ ਸਾਰਿਆਂ ਦਾ ਪਤ ਸਾਹਿਬ ਪਰਮੇਸ਼ਰ ਉਸ ਨੂੰ ਪ੍ਰਾਪਤ ਹੋ ਜਾਵੇਗਾ। ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਗਾਉਂਦੇ ਹਨ, ਉਸ ਦੀ ਆਗਿਆ ਦੇ ਵਿੱਚ ਚੱਲਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਨਿਹਾਲ ਹੋਵਾਂਗੇ। ਇਉਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਤੋ 9:15 ਤੋਂ 10:15 ਥੋੜੇ 2-3 ਮਿੰਟ ਉੱਪਰ ਹੋਏ ਆ, ਤੇ ਇਹਦਾ ਜਿਹੜਾ ਕੇਂਦਰੀ ਭਾਵ ਹੈ ਨਾ ਉਹ ਆਪਾਂ ਫਿਰ ਕੱਲ ਨੂੰ ਵਿਚਾਰ ਲਾਂਗੇ ਜਦੋਂ ਅਗਲੀ ਪੌੜੀ ਸ਼ੁਰੂ ਕਰਾਂਗੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਡਾ ਜਿਹੜਾ ਹੈ ਉਹ ਲਾਇਆ ਹੋਇਆ ਸਮਾਂ ਮਹਾਰਾਜ ਸਾਹਿਬ ਜੀ ਸਫਲਾ ਕਰਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਆਪਾਂ ਅਰਥ ਜਿਹੜੇ ਆ ਉਹ ਚੰਗੀ ਤਰ੍ਹਾਂ ਵਿਚਾਰ ਕੇ ਸਮਝ ਕੇ ਮਹਾਰਾਜ ਦੀ ਬਾਣੀ ਪੜ੍ਹੀਏ ਤੇ ਨਿਹਾਲ ਹੋਈਏ। ਕੱਲ ਨੂੰ ਸੰਖੇਪ ਰੂਪ 'ਚ ਇੱਕ ਵਾਰੀ ਫਿਰ ਇਹਦਾ ਜਿਹੜਾ ਪੌੜੀ ਵੱਡੀ ਸੀ ਇਸ ਕਰਕੇ ਮੈਂ ਥੋੜਾ ਜਿਹਾ ਅੱਜ ਜਲਦੀ ਨਾਲ ਅਰਥ ਕੀਤੇ ਆ, ਤੇ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ, ਸੰਪੂਰਨ ਹੋਈ ਹੈ। ਤੋ ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਉਪਦੇਸ਼ ਇਹਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।